ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਵਰੁਣ ਕੌਰ ਮਾਨ। मैं हाँ संजीव यश खन्ना थोड़ा सारे का स्वागत करते हैं करंट न्यूज़ एंड व्यूज़ ਦੇ ਵਿੱਚ ਜੀ। ਤੇ ਸਭ ਤੋਂ ਪਹਿਲੀ ਖਬਰ ਆਪਾਂ ਲੈਂਦੇ ਹਾਂ ਭਾਰਤ ਦੀ। ਭਾਰਤ ਨੇ ਪਹਿਲਾਂ ਤਾਂ ਐਲਾਨ ਕੀਤਾ ਹੈ ਕਿ ਜਿਹੜਾ ਦਸੰਬਰ ਦਾ ਐਂਡ ਆਏਗਾ ਉਦੋਂ ਉਹ ਸਾਰੀਆਂ ਜਿੰਨੀਆਂ ਵੀ ਉਡਾਣਾਂ ਰੋਕੀਆਂ ਜਾਂਦੀਆਂ ਨੇ ਉਹਨਾਂ ਨੂੰ ਖਤਮ ਕਰ ਦੇਗਾ। ਇੰਟਰਨੈਸ਼ਨਲ ਫਲਾਈਟਸ ਦੇ ਉੱਤੇ ਜਿਹੜੀਆਂ ਉਡਾਣਾਂ ਕਰੋਨਾ ਦੇ ਕਾਰਨ ਰੋਕ ਲਗਾ ਦਿੱਤੀ ਸੀ ਉਹ ਖਤਮ ਕਰ ਦਿੱਤੀਆਂ ਜਾਣਗੀਆਂ। ਬੰਦੇ ਭਾਰਤ ਮਿਸ਼ਨ ਦੇ ਤਹਿਤ ਜਿਹੜੀਆਂ ਫਲਾਈਟਸ ਹੈ ਚੱਲ ਰਹੀਆਂ, ਪਰ ਇੱਕ ਹੁੰਦਾ ਨਾ ਕਿ ਜਿਹੜਾ ਪਹਿਲਾਂ ਕਰੋਨਾ ਤੋਂ ਦੌਰ ਸੀ ਇੱਕਦਮ ਬਿਨਾਂ ਕਿਸੇ ਰੋਕ ਟੋਕ ਦੇ ਫਲਾਈਟਸ ਆਉਂਦੀਆਂ ਜਾਂਦੀਆਂ, ਉਹ ਆਫਟਰ ਦਸੰਬਰ ਐਂਡ ਤੱਕ ਸ਼ੁਰੂ ਕਰ ਦਿੱਤਾ ਜਾਏਗਾ, ਪਰ ਕਰੋਨਾ ਟੀਕਾਕਰਨ ਦਾ ਪੂਰਾ ਖਿਆਲ ਰੱਖਿਆ ਜਾਏਗਾ। ਮੇਰਾ ਖਿਆਲ ਹੈ ਜੋ ਪਹਿਲਾਂ ਵਾਲਾ ਮਾਹੌਲ ਹੈ ਅਸੀਂ ਸਾਰੇ ਉਮੀਦ ਕਰਦੇ ਹਾਂ ਕਿ ਮੁੜ ਕੇ ਆਵੇ, ਪਰ ਜਿਉਂ-ਜਿਉਂ ਅਸੀਂ ਉਮੀਦ ਕਰਦੇ ਹਾਂ ਤਿਉਂ-ਤਿਉਂ ਲੱਗਦਾ ਦੂਰ ਜਾਂਦਾ ਪਿਆ। ਹੁਣ ਕਈ ਵਾਰ ਮਾਹਿਰ ਕਹਿੰਦੇ ਨੇ ਕਿ ਤੀਸਰੀ ਲਹਿਰ ਵੀ ਆਉਣ ਵਾਲੀ ਹੈ ਕਰੋਨਾ ਦੀ। ਇੱਥੇ ਮੈਂ ਤੁਹਾਡੀ ਖਬਰ ਦੇ ਨਾਲ ਇੱਕ ਹੋਰ ਖਬਰ ਜੋੜ ਦਿੰਦੀ ਹਾਂ ਇਸ ਗੱਲ ਦੇ ਨਾਲ ਕਿ ਹੁਣ ਕੀ ਹੋਇਆ। ਹੁਣ ਇਹ ਹੋ ਗਿਆ ਹੈ ਕਿ ਅਫਰੀਕਾ ਦੇ ਵਿੱਚ ਕਰੋਨਾ ਦਾ ਇੱਕ ਨਵਾਂ ਵੈਰੀਐਂਟ ਆ ਗਿਆ ਤੇ ਕਰੋਨਾ ਦਾ ਨਵਾਂ ਵੈਰੀਐਂਟ ਆਉਣ ਦੇ ਕਾਰਨ WHO ਨੇ ਮੀਟਿੰਗ ਵੀ ਸੱਦੀ ਹੈ। ਤੇ ਹੁਣ ਇਹ ਹੋਇਆ ਕਿ ਭਾਰਤ ਸਰਕਾਰ ਨੇ ਅਲਰਟ ਜਾਰੀ ਕਰ ਦਿੱਤਾ ਹੈ ਸਾਰੀਆਂ ਮਤਲਬ ਕਿ ਸਟੇਟਸ ਨੂੰ, ਸਾਰੀਆਂ ਰਾਜ ਸਰਕਾਰਾਂ ਨੂੰ ਕਿ ਜਿੰਨੇ ਵੀ ਵਿਦੇਸ਼ਾਂ ਤੋਂ ਨਾਗਰਿਕ ਆਉਂਦੇ ਨੇ ਉਹਨਾਂ ਨੂੰ ਬਹੁਤ ਸਾਵਧਾਨੀ ਦੇ ਨਾਲ ਐਂਟਰੀ ਕਰਵਾਈ ਜਾਵੇ, ਖਾਸ ਤੌਰ ਤੇ ਜਿਹੜੇ ਅਫਰੀਕਾ ਤੇ ਹਾਂਗਕਾਂਗ ਤੋਂ ਆ ਰਹੇ ਆ। ਬਿਲਕੁਲ ਜੀ, ਦੱਖਣੀ ਅਫਰੀਕਾ ਦੇ ਵਿੱਚ ਇਹ ਮਿਲਿਆ ਹੈ, ਪਰ ਕਿਤੇ ਨਾ ਕਿਤੇ ਅਸੀਂ ਦੇਖੋ ਕਿ ਪਿੱਛੇ ਜੇ ਖਬਰਾਂ ਸੀ ਕਿ ਜਾਨਵਰਾਂ ਤੱਕ ਹੀ ਪਹੁੰਚ ਗਿਆ ਹੈ। ਅਮਰੀਕਾ ਦੇ ਵਿੱਚ ਚਿੜੀਆ ਘਰ ਦੇ ਸ਼ੇਰਾਂ ਤੱਕ ਵੀ ਪਹੁੰਚ ਗਿਆ, ਇੱਕ ਜਗ੍ਹਾ ਦੇ ਉੱਤੇ ਹਿਰਨਾਂ ਤੱਕ ਪਹੁੰਚਿਆ ਹੈ ਜਦੋਂ ਉਹਨਾਂ ਨੂੰ ਟੈਸਟ ਕੀਤੇ ਗਏ। ਸੋ ਇਹ ਸਭ ਚੀਜ਼ਾਂ ਜਦੋਂ ਅਸੀਂ ਦੇਖਦੇ ਹਾਂ ਤਾਂ ਵਾਕਈ ਡਰ ਲੱਗਦਾ ਕਿ ਜਾਨਵਰਾਂ ਤੱਕ ਆ ਗਿਆ ਤੇ ਕਿਸੇ ਨੂੰ ਵੀ ਕਿਤੋਂ ਵੀ ਹੋ ਸਕਦਾ ਹੈ। ਜੇ ਜਾਨਵਰਾਂ ਤੱਕ ਆਇਆ ਤਾਂ ਹੋ ਸਕਦਾ ਇਨਸਾਨਾਂ ਤੋਂ ਪਹੁੰਚਿਆ ਹੋਵੇ, ਤੇ ਜੇ ਇਨਸਾਨ ਨੂੰ ਨਹੀਂ ਹੈਗਾ ਉਹ ਕਿਸੇ ਜਾਨਵਰ ਨਾਲ ਖੇਡਦਾ ਪਿਆ, ਲਾੜ ਲਡਾਉਂਦਾ ਪਿਆ, ਹੋ ਸਕਦਾ ਉਹਨੂੰ ਹੋ ਜਾਵੇ। ਹੁਣ ਇੱਕ ਗੱਲ ਕੋਈ ਸਮਝ ਨਹੀਂ ਆ ਰਹੀ ਕਿ ਬੰਦਾ ਕਰੇ ਤੇ ਕੀ ਕਰੇ, ਤੇ ਉੱਤੋਂ ਮਾਹਿਰ ਕਹਿੰਦੇ ਨੇ ਤੀਸਰੀ ਲਹਿਰ ਆਉਣ ਵਾਲੀ ਹੈ। ਗਵਰਨਮੈਂਟਸ ਅਲਰਟ ਕਰ ਰਹੀਆਂ ਨੇ, ਟੀਕਾਕਰਨ ਕਰ ਰਹੀਆਂ ਨੇ, ਫਿਰ ਵੀ ਕੁਝ ਪਤਾ ਨਹੀਂ ਲੱਗ ਰਿਹਾ, ਕਿਉਂਕਿ ਕਈ ਵਾਰ ਡਰ ਲੱਗਦਾ ਕਿ ਜਿਹੜਾ ਪਹਿਲਾ ਮਾਹੌਲ ਸੀ ਕਰੋਨਾ ਤੋਂ ਉਹ ਮਾਹੌਲ ਕਦੇ ਮੁੜ ਕੇ ਆਊਗਾ ਕਿ ਨਹੀਂ ਆਊਗਾ। ਤੇ ਕਈ ਵਾਰ ਅਸੀਂ ਕਹਿੰਦੇ ਹਾਂ ਕਿ ਜਿਵੇਂ ਅਸੀਂ ਪੰਜਾਬੀਆਂ ਹਰੇਕ ਨੂੰ ਜੱਫੀ ਪਾ ਕੇ ਮਿਲਦੇ ਹਾਂ, ਅਸੀਂ ਤਾਂ ਜੱਫੀਆਂ ਪਾਉਣ ਤੋਂ ਵੀ ਤਰਸ ਗਏ ਹਾਂ ਕਿ ਤਾਂ ਵੀ ਸਾਹਮਣੇ ਵਾਲਾ ਕਹਿੰਦਾ ਨਾ ਭਾਜੀ ਦੂਰੋਂ ਆਪਾਂ ਹੈਲੋ ਹੈਲੋ ਹਾਈ ਹਾਈ ਕਰ ਲੈਂਦੇ ਹਾਂ, ਜੱਫੀ ਨਹੀਂ ਪਾਣੀ। ਤੁਸੀਂ ਦੇਖੋ ਇੱਕ ਪਾਸੇ ਦਸੰਬਰ ਦੇ ਅੰਤ ਤੱਕ ਜਿਹੜਾ ਭਾਰਤ ਹੈ ਪੂਰੀਆਂ ਅੰਤਰਰਾਸ਼ਟਰੀ ਉਡਾਣਾਂ ਤੇ ਖੁੱਲ੍ਹ ਆਜ਼ਾਦੀ ਦੇਣ ਦੀ ਗੱਲ ਕਰ ਰਿਹਾ ਹੈ, ਤੇ ਦੂਜੇ ਪਾਸੇ ਜਿਹੜੀਆਂ ਸਟੇਟਸ ਨੇ ਉਹਨਾਂ ਨੂੰ ਖਾਸ ਤੌਰ ਤੇ ਕਹਿ ਦਿੱਤਾ ਗਿਆ ਰਾਜ ਸਰਕਾਰਾਂ ਨੂੰ ਕਿ ਤੁਸੀਂ ਖਿਆਲ ਰੱਖੋ ਕਿ ਵਿਦੇਸ਼ਾਂ ਤੋਂ ਜਿਹੜੇ ਵੀ ਨਾਗਰਿਕ ਆਉਂਦੇ ਨੇ। ਸੋ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਕਿ ਜੇ ਤੁਸੀਂ ਇੰਟਰਨੈਸ਼ਨਲ ਫਲਾਈਟ ਦੇ ਵਿੱਚ ਪੰਜਾਬ ਆ ਰਹੇ ਹੋ, ਇੰਡੀਆ ਆ ਰਹੇ ਹੋ, ਤਾਂ ਆਪਣੀ ਪੂਰੀ ਇਹਤਿਆਤ ਰੱਖੋ। ਜਿਹੜੀਆਂ ਕੋਵਿਡ ਗਾਈਡਲਾਈਨਸ ਹੈਗੀਆਂ ਉਹਨਾਂ ਦਾ ਤਾਂ ਚਲੋ ਖਿਆਲ ਰੱਖਣਾ ਹੀ ਹੈ ਨਾ, ਜੋ ਵੀ ਕਿਸੇ ਏਅਰਲਾਈਨ ਵੱਲੋਂ ਕਿਸੇ ਕੰਟਰੀ ਵੱਲੋਂ ਦਿੱਤੀਆਂ ਜਾਂਦੀਆਂ ਨੇ। ਖੁਦ ਪਰਸਨਲ ਵੀ ਬਚਾਅ ਸਾਨੂੰ ਕਰਨਾ ਚਾਹੀਦਾ। ਕਈ ਵਾਰੀ ਆਪਾਂ ਕਹੀਦਾ ਕੋਈ ਨਹੀਂ ਇਕੱਠੇ ਭੀੜ 'ਚ ਤੁਰ ਜਾਂਦੇ ਹਾਂ, ਕੁਝ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ। ਹੁਣ ਗੱਲ ਕਰਦੇ ਹਾਂ ਆਸਟ੍ਰੇਲੀਆ ਦੀ। ਆਸਟ੍ਰੇਲੀਆ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਜੇ ਤੁਸੀਂ ਜ਼ਿਆਦਾਤਰ ਯਾਤਰਾ ਕਰਨਾ ਚਾਹੁੰਦੇ ਹੋ, ਜੇ ਦੋਨੋਂ ਟੀਕੇ ਲੱਗ ਚੁੱਕੇ ਨੇ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ, ਤਾਂ ਜਿਹੜੀ ਬੂਸਟਰ ਖੁਰਾਕ ਹੈ ਤੁਸੀਂ ਉਹ ਵੀ ਕਰੋਨਾ ਦੀ ਜ਼ਰੂਰ ਲੈ ਲਓ ਤਾਂ ਜੋ ਤੁਹਾਨੂੰ ਯਾਤਰਾ ਕਰਨ 'ਚ ਕਿਤੇ ਵੀ ਦਿੱਕਤ ਨਾ ਆਵੇ। ਬਿਲਕੁਲ ਜੀ, 18 ਸਾਲ ਤੋਂ ਉੱਤੇ ਜਿੰਨੇ ਵੀ ਹੈਗੇ ਨੇ ਉਹਨਾਂ ਦੇ ਵਾਸਤੇ ਇਹ ਬੂਸਟਰ ਦੀ ਖੁਰਾਕ ਜ਼ਰੂਰੀ ਹੈ। ਉਹਦੀ ਸ਼ਰਤ ਇਹ ਹੈ ਕਿ ਜਿਹੜੀਆਂ ਪਹਿਲਾਂ 2 ਖੁਰਾਕਾਂ ਲੱਗੀਆਂ ਹੋਈਆਂ ਨੇ, ਤੁਹਾਨੂੰ ਵੈਕਸੀਨੇਸ਼ਨ ਹੋ ਚੁੱਕੀ ਹੈ, ਉਹ 6 ਮਹੀਨੇ ਬਾਅਦ ਤੁਹਾਨੂੰ ਬੂਸਟਰ ਲੱਗ ਸਕਦਾ ਹੈ। ਹੁਣ ਮਾਹਿਰ ਇਹ ਕਹਿ ਰਹੇ ਨੇ ਕਿ ਹੋ ਸਕਦਾ ਕਿ 2 ਖੁਰਾਕਾਂ ਲਾਉਣ ਤੋਂ ਬਾਅਦ, ਜਿਵੇਂ ਪਹਿਲਾਂ ਕਿਹਾ ਜਾ ਰਿਹਾ ਸੀਗਾ ਕਿ ਤੁਸੀਂ ਬਿਲਕੁਲ ਸੁਰੱਖਿਅਤ ਹੋ, ਉਹ ਕਹਿੰਦੇ ਸੁਰੱਖਿਅਤ ਨਹੀਂ ਹੈਗੇ। ਬੂਸਟਰ ਲਾਉਣ ਨਾਲ ਹੋਰ ਜ਼ਿਆਦਾ ਸੁਰੱਖਿਆ ਮਿਲੇਗੀ। ਹੁਣ ਪਤਾ ਨਹੀਂ 6 ਮਹੀਨੇ ਬਾਅਦ ਬੂਸਟਰ ਲੱਗਣਾ, ਉਸ ਤੋਂ ਬਾਅਦ ਸ਼ਾਇਦ ਕੋਈ ਹੋਰ ਡੋਜ਼ ਕੱਢ ਦੇਣ ਕਿ ਇਹਦੇ ਨਾਲ ਹੋਰ ਸੁਰੱਖਿਆ ਮਿਲੇਗੀ। ਕਈ ਲੋਕ ਕਹਿੰਦੇ ਨੇ ਕਿ ਇਹ ਬਿਜ਼ਨਸ ਹੈ, ਕਿ ਭਰਮਾਇਆ ਜਾ ਰਿਹਾ ਲੋਕਾਂ ਨੂੰ, ਔਰ ਜਿਹੜੀਆਂ ਕੰਪਨੀਆਂ ਨੇ ਦਵਾਈਆਂ ਬਣਾਉਣ ਵਾਲੀਆਂ ਉਹਨਾਂ ਦੀ ਚਾਂਦੀ ਹੈ, ਉਹ ਕਦੇ ਕੋਈ ਟੀਕਾ ਕੱਢ ਦਿੰਦੀਆਂ ਨੇ, ਕਦੇ ਕੋਈ ਟੀਕਾ ਕੱਢ ਦਿੰਦੀਆਂ ਨੇ, ਔਰ ਲੋਕਾਂ ਨੂੰ ਪਤਾ ਨਹੀਂ। ਤਾਂ ਇਹ ਵੀ ਕਈ ਲੋਕ ਮਾਹਿਰ ਕਹਿ ਰਹੇ ਨੇ, ਪਰ ਅਸਲੀ ਗੱਲ ਕੀ ਹੈ ਸਾਨੂੰ ਕਿਸੇ ਨੂੰ ਕੁਝ ਨਹੀਂ ਪਤਾ, ਅੰਦਰੋਂ ਸਾਰੇ ਡਰੇ ਹੋਏ ਆ। ਹੁਣ ਖਬਰ ਲੈਂਦੇ ਹਾਂ ਨੇਪਾਲ ਦੀ। ਨੇਪਾਲ ਨੇ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਹੈ, ਜਿਸ ਦੇ ਵਿੱਚ ਸਭ ਤੋਂ ਵੱਧ ਨਾਗਰਿਕ ਹਨ ਚਾਈਨਾ ਦੇ, ਪਰ ਅਮਰੀਕਾ ਦੇ ਵੀ 200 ਦੇ ਕਰੀਬ ਲੋਕਾਂ ਨੂੰ ਨੇਪਾਲ ਦੇ ਵਿੱਚੋਂ ਡਿਪੋਰਟ ਕਰ ਦਿੱਤਾ ਗਿਆ ਕਿਉਂਕਿ ਕ੍ਰਾਈਮ ਦੇ ਵਿੱਚ ਇਨਵੋਲਵ ਨੇ। ਨੇਪਾਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਤਸਕਰੀ ਵੀ ਹੁੰਦੀ ਹੈ, ਥਾਂ ਥਾਂ ਤੋਂ ਪਹੁੰਚਦੇ ਵੀ ਨੇ, ਬਾਰਡਰਸ ਇੰਨੇ ਜ਼ਿਆਦਾ ਸੁਰੱਖਿਅਤ ਨਹੀਂ ਹੈਗੇ, ਕਿਤੋਂ ਵੀ ਐਂਟਰੀ ਹੋ ਸਕਦੀ ਹੈ। ਔਰ ਆਪਣੀ ਵੀ ਇਕਨੋਮੀ ਨੇਪਾਲ ਦੀ ਖੈਰ ਦੇਖਿਆ ਜਾਵੇ ਤੇ ਆਪਣੇ ਮੁਲਕ ਦੇ ਮੁਤਾਬਿਕ ਠੀਕ ਹੈ, ਪਰ ਵਰਲਡ ਲੈਵਲ ਦੇ ਮੁਤਾਬਿਕ ਕੋਈ ਬਹੁਤ ਹੀ ਵਧੀਆ ਵੀ ਨਹੀਂ ਹੈ। ਇਸ ਕਰਕੇ ਉੱਥੇ ਤਸਕਰ ਵੀ ਬੈਠੇ ਨੇ, ਮਾਫੀਆ ਵੀ ਬੈਠਾ ਹੈ, ਹਰ ਤਰ੍ਹਾਂ ਦਾ ਇਲੀਗਲ ਧੰਦਾ ਕਰਨ ਵਾਲੇ ਉੱਥੇ ਮੌਜੂਦ ਨੇ। ਸੋ ਜਦੋਂ ਗਵਰਨਮੈਂਟ ਦੀ ਨਜ਼ਰ 'ਚ ਆਉਂਦਾ ਹੈ ਕੋਈ ਵੀ ਜਿਹੜਾ ਕ੍ਰਾਈਮ ਦੇ ਵਿੱਚ ਇਨਵੋਲਵਡ ਹੈ, ਤਾਂ ਹਰ ਇੱਕ ਗਵਰਨਮੈਂਟ ਚਾਹੁੰਦੀ ਹੈ ਕਿ ਸਾਡੇ ਦੇਸ਼ ਦੇ ਵਿੱਚ ਕ੍ਰਾਈਮ ਘੱਟ ਹੋਵੇ, ਤਾਂ ਇਸ ਕਰਕੇ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ। ਤਾਂ ਚਾਈਨਾ ਦੇ ਲੋਕ ਸਭ ਤੋਂ ਜ਼ਿਆਦਾ ਇਨਵੋਲਵ ਦਿਖਦੇ ਨੇ ਉਹਨਾਂ ਨੂੰ, ਤਾਂ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ। ਹੋ ਸਕਦਾ ਕਿਤੇ ਨਾ ਕਿਤੇ ਇਹਦੇ ਪਿੱਛੇ ਕਰੋਨਾ ਦਾ ਵੀ ਖਦਸ਼ਾ ਹੋਵੇ ਕਿ
ਕਿਤੇ ਕਰੋਨਾ ਕਰਕੇ, ਜਿਵੇਂ ਅਸੀਂ ਦੇਖਦੇ ਹਾਂ ਕਿ ਚੀਨ ਤੋਂ ਕਰੋਨਾ ਚੱਲਿਆ ਹੈ, ਤਾਂ ਹੋ ਸਕਦਾ ਉਹਨਾਂ ਦੇ ਅੰਦਰ ਡਰ ਹੋਵੇ ਕਿ ਇਹਨਾਂ ਨੂੰ ਕਿਤੇ ਕਰੋਨਾ ਤਾਂ ਨਹੀਂ ਹੋਇਆ। ਕੁਝ ਵੀ ਹੋ ਸਕਦਾ ਹੈ, ਪਰ ਜੋ ਵੀ ਹੈ ਬਹੁਤ ਮਾੜਾ ਹੋ ਰਿਹਾ ਹੈ। ਤੇ ਹੁਣ ਅਗਲੀ ਖਬਰ ਲੈਣੇ ਔਰ ਅਗਲੀ ਖਬਰ ਜੁੜੀ ਹੋਈ ਹੈ ਕਿਸਾਨ ਅੰਦੋਲਨ ਦੇ ਨਾਲ। ਪੂਰਾ 1 ਸਾਲ ਹੋ ਚੁੱਕਿਆ ਹੈ ਕਿਸਾਨ ਅੰਦੋਲਨ ਨੂੰ ਤੇ ਸਿੰਘੂ ਟਿਕਰੀ ਬਾਰਡਰ ਦੇ ਉੱਤੇ ਕਾਫੀ ਜ਼ਿਆਦਾ ਭੀੜ ਲੱਗੀ ਹੈ। ਹਰ 15 ਮਿੰਟ ਦੇ ਬਾਅਦ ਇੱਕ ਟਰੈਕਟਰ ਟਰਾਲੀ ਉੱਥੇ ਐਂਟਰ ਕਰ ਰਿਹਾ ਹੈ। ਪੂਰੇ ਪੰਜਾਬ ਤੋਂ ਲੋਕ ਪਹੁੰਚ ਚੁੱਕੇ ਨੇ। ਕਾਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਤਾਂ ਕਰ ਦਿੱਤੀ ਗਈ ਹੈ, ਪਰ MSP ਦੇ ਉੱਤੇ ਹੱਲੇ ਵੀ ਸਵਾਲ ਬਰਕਰਾਰ ਨੇ ਔਰ ਜਦੋਂ ਤੱਕ ਕਾਨੂੰਨ ਦੀਆਂ ਕਾਪੀਆਂ ਹੱਥਾਂ 'ਚ ਨਹੀਂ ਆ ਜਾਂਦੀਆਂ ਉੱਥੋਂ ਅੰਦੋਲਨ ਜਿਹੜਾ ਹੈ ਨਹੀਂ ਚੁੱਕਿਆ ਜਾਏਗਾ। ਪਰ ਅੰਦੋਲਨ ਨੂੰ ਚੁੱਕਣ ਦੀ ਗੱਲ ਵਿੱਚ ਜੇ ਚੱਲ ਵੀ ਪਈ ਸੀ ਕਿ ਸ਼ਾਇਦ ਅੰਦੋਲਨ ਨੂੰ ਚੁੱਕ ਦਿੱਤਾ ਜਾਏ, ਪਰ ਇੰਨਾ ਜ਼ਰੂਰ ਹੈ ਕਿ ਉੱਥੇ ਦੁੱਗਣੀ ਤਿੱਗਣੀ ਚੌਗੁਣੀ ਗਿਣਤੀ ਦੇ ਵਿੱਚ ਪੰਜਾਬੀ ਫੇਰ ਪਹੁੰਚ ਚੁੱਕੇ ਨੇ, ਕਿਉਂਕਿ 26 ਜਨਵਰੀ ਤੋਂ ਬਾਅਦ ਇੱਕ ਵਾਰੀ ਏਦਾਂ ਲੱਗਾ ਸੀ ਸ਼ਾਇਦ ਇੰਨੀ ਤਾਦਾਦ ਦੇ ਵਿੱਚ ਟਰੈਕਟਰ ਟਰਾਲੀਆਂ ਉੱਥੇ ਨਹੀਂ ਪਹੁੰਚਣਗੀਆਂ, ਪਰ ਪਹੁੰਚ ਗਈਆਂ। 29 ਤਰੀਕ ਨੂੰ 29 ਨਵੰਬਰ ਨੂੰ ਫਿਰ ਤੋਂ ਮਾਰਚ ਕਰਨੀ ਹੈ, ਪਾਰਲੀਮੈਂਟ ਹਾਊਸ ਤੱਕ ਜਾਣਾ ਹੈ, ਤਾਂ ਉਹ ਵੀ ਉਹਦਾ ਕਾਰਨ ਹੈ ਕਿ ਕਿਸਾਨ ਪਹੁੰਚ ਰਹੇ ਨੇ। ਤੇ ਦਿੱਲੀ ਪੁਲਿਸ ਵਾਸਤੇ ਇਹ ਚੈਲੰਜ ਬਣਿਆ ਹੋਇਆ, ਚੁਣੌਤੀ ਬਣੀ ਹੋਈ ਹੈ ਕਿ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਕਿਸਾਨ ਆ ਜਾਣਗੇ ਤਾਂ ਉਹਨਾਂ ਦਾ ਬੰਦੋਬਸਤ ਕਿਤੇ ਕਮਜ਼ੋਰ ਨਾ ਹੋ ਜਾਏ, ਕਿਉਂਕਿ ਉਹਨਾਂ ਨੂੰ ਵੀ ਖਤਰਾ ਤਾਂ ਹੈ, ਉਹਨਾਂ ਨੂੰ ਵੀ ਡਰ ਤਾਂ ਹੈ। ਇਸ ਕਰਕੇ ਮੀਟਿੰਗਸ ਵੀ ਕਰ ਰਹੇ ਨੇ ਕਿ ਕਿਸਾਨਾਂ ਦੇ ਮਨ ਦੇ ਵਿੱਚ ਕੀ ਹੈ, ਸਾਨੂੰ ਪਤਾ ਲੱਗੇ। ਸੋ ਇਹ ਸਭ ਚੀਜ਼ਾਂ ਉਹ ਵੀ ਦੇਖਣ ਦੀ ਕੋਸ਼ਿਸ਼ ਕਰ ਰਹੇ ਨੇ। ਨਾਲ ਦੀ ਨਾਲ 1 ਸਾਲ ਹੋ ਗਿਆ, ਵਰ੍ਹੇਗੰਢ ਹੈ, ਅੱਜ ਤੋਂ ਦੂਜਾ ਸਾਲ ਸ਼ੁਰੂ ਹੋ ਰਿਹਾ ਹੈ, ਪਰ ਕਿਸਾਨ ਉੱਥੇ ਹੀ ਬੈਠੇ ਨੇ ਕਿਉਂਕਿ ਹਜੇ ਸਿਰਫ ਐਲਾਨ ਹੋਇਆ ਹੈ। ਹਾਂ, ਉਸ ਤੋਂ ਬਾਅਦ ਆਫੀਸ਼ੀਅਲ ਤੌਰ ਤੇ ਵੀ ਐਲਾਨ ਹੋ ਚੁੱਕਾ ਹੈ ਕਿ ਉਹਨਾਂ ਨੇ ਵਾਪਸ ਲੈਣੇ ਨੇ ਕਾਨੂੰਨ, ਪਰ ਜਦੋਂ ਤੱਕ ਸਾਰੀ ਕਾਰਵਾਈ ਪੂਰੀ ਨਾ ਹੋ ਜਾਏ, ਪ੍ਰੈਜ਼ੀਡੈਂਟ ਸਾਹਿਬ ਦੇ ਹੁਕਮ ਨਾ ਹੋ ਜਾਣ, ਸਟੈਂਪਿੰਗ ਨਾ ਹੋ ਜਾਏ, ਸਿਗਨੇਚਰਸ ਨਾ ਹੋ ਜਾਣ, ਕਿਸਾਨ ਕਿਸੇ ਤਰ੍ਹਾਂ ਦਾ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ। ਤੇ ਉਸ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਹੋਰ ਵੀ ਮੰਗਾਂ ਨੇ ਤਾਂ ਕਿ ਖੇਤੀ ਬਿਹਤਰ ਹੋਵੇ, ਕਿਸਾਨੀ ਬਿਹਤਰ ਹੋਵੇ, ਉਹ ਤਾਂ ਜ਼ਰੂਰ ਉਹਨਾਂ ਦੇ ਉੱਤੇ ਗੌਰ ਤਾਂ ਕਰਨਾ ਹੀ ਚਾਹੀਦਾ ਹੈ ਸਰਕਾਰਾਂ ਨੂੰ। ਤੇ ਅਗਲੀ ਖਬਰ ਲੈਣੇ ਆ ਪੰਜਾਬ ਤੋਂ ਹੀ, ਬਿਜਲੀ ਦੇ ਨਾਲ ਜੁੜੀ ਹੋਈ ਹੈ। ਮੈਂ ਸੁਣਿਆ ਪ੍ਰਦਰਸ਼ਨ ਹੋਣ ਲੱਗ ਗਏ ਬਿਜਲੀ ਦੇ ਵਧਣ ਕਾਰਨ। ਬਿਲਕੁਲ, ਖਬਰ ਤਾਂ ਇਸੀ ਘਟ ਗਈ ਹੈ। ਪ੍ਰਦਰਸ਼ਨ ਹੋ ਰਹੇ ਨੇ ਕਿਉਂਕਿ ਜਦੋਂ ਲੋਕਾਂ ਦੇ ਘਰ ਬਿੱਲ ਆਏ ਤਾਂ ਉਹਨਾਂ ਨੇ ਦੇਖਿਆ ਕਿ ਇੱਥੇ ਕੁਝ ਹੋਰ ਹੀ ਚੱਲ ਰਿਹਾ ਹੈ, ਕਿਉਂਕਿ ਐਡਾ ਵੱਡਾ ਬਿੱਲ ਹੈ, ਕਿਤੇ ਕੋਈ ਚਾਰਜ, ਕਿਤੇ ਕੋਈ ਚਾਰਜ, ਕਿਤੇ ਫਿਕਸਡ ਪ੍ਰਾਈਸ, ਪਤਾ ਨਹੀਂ ਕੀ ਕੁਝ ਹੈ। ਆਮ ਬੰਦੇ ਨੂੰ ਉਹ ਸਮਝ ਨਹੀਂ ਆਉਂਦਾ ਕਿ ਬਿੱਲ ਕੀ ਹੈ। ਕਿਸੇ ਮਾਹਿਰ ਕੋਲ ਵੀ ਜਾ ਕੇ ਪੁੱਛੋ ਕੀ ਹੈਗਾ, ਇਹਦਾ ਮਤਲਬ ਕੀ ਹੈ, ਉਹ ਸ਼ਾਇਦ ਜਿਹਨੇ ਬਿੱਲ ਬਣਾਇਆ ਉਹਨੂੰ ਹੀ ਪਤਾ ਹੈ ਕਿ ਆਹ ਕੀ ਬਣਾਇਆ ਹੋਇਆ, ਹੋਰ ਕਿਸੇ ਨੂੰ ਕੁਝ ਨਹੀਂ ਪਤਾ। ਇਸ ਕਰਕੇ ਕਿਸੇ ਨੂੰ ਕੁਝ ਸਮਝ ਨਹੀਂ ਆਉਂਦੀ, ਜਾ ਕੇ ਪੁੱਛੋ ਤਾਂ ਉੱਥੋਂ ਜਿਹੜੇ ਜਵਾਬ ਮਿਲਦੇ ਨੇ ਉਹਨਾਂ ਦੇ ਆਫਿਸ ਤੋਂ, ਉਤੋਂ ਤੁਸੀਂ ਸੈਟੀਸਫਾਈ ਨਹੀਂ ਹੁੰਦੇ, ਸੰਤੁਸ਼ਟ ਨਹੀਂ ਹੁੰਦੇ, ਤਾਂ ਫਿਰ ਕੀ ਬਚਦਾ ਰਸਤਾ ਅੰਦੋਲਨ ਦਾ, ਵਿਦਰੋਹ ਕਰਨ ਦਾ ਜਾਂ ਵਿਰੋਧ ਕਰਨ ਦਾ, ਜੋ ਵੀ ਤੁਸੀਂ ਇਹਨੂੰ ਕਹਿ ਸਕਦੇ ਹੋ। ਕਿਉਂਕਿ ਲੋਕਾਂ ਦੇ ਮਨ ਦੇ ਅੰਦਰ ਵਿਦਰੋਹ ਵੀ ਹੈ ਤੇ ਵਿਰੋਧ ਵੀ ਹੈ, ਕਿਉਂਕਿ ਤੰਗ ਆ ਚੁੱਕੇ ਨੇ। ਉਹ ਜਿਹੜੀ ਪੜਾਸ ਹੈ ਨਾ ਕੋਈ ਬਹਾਨਾ ਚਾਹੀਦਾ ਨਿਕਲਣ ਵਾਸਤੇ। ਤਾਂ ਇਹ ਬਿਜਲੀ ਦਾ ਬਿੱਲ ਹੈ, ਇਹ ਵੀ ਉਹਨਾਂ ਦੇ ਵਾਸਤੇ ਬਹੁਤ ਵੱਡੀ ਗੱਲ ਹੈ, ਕਿਉਂਕਿ ਅਸੀਂ ਦੇਖਦੇ ਹਾਂ ਕਿ ਕਰੋਨਾ ਤੋਂ ਬਾਅਦ ਜੋ ਸਾਡੀ ਇਨਕਮ ਹੈ ਉਹਦੇ ਉੱਤੇ ਕਿੰਨਾ ਮਾੜਾ ਅਸਰ ਪਿਆ ਹੈ। ਤਕਰੀਬਨ ਸਾਰਿਆਂ ਦੀ ਇਨਕਮ ਘਟ ਗਈ ਹੈ, ਖਰਚੇ ਵਧਣ ਲੱਗ ਪਏ ਨੇ ਕਿਉਂਕਿ ਮਹਿੰਗਾਈ ਵਧਣ ਲੱਗ ਪਈ ਹੈ, ਕਿਉਂਕਿ ਗਵਰਨਮੈਂਟ ਕੋਲ ਹੋਰ ਕੋਈ ਤਰੀਕਾ ਨਹੀਂ ਹੈ ਆਪਣੇ ਖਜ਼ਾਨੇ ਦੇ ਵਿੱਚ ਪੈਸਾ ਲੈ ਕੇ ਆਉਣ ਦਾ ਜਿਹੜੀ ਲੋਕਾਂ ਉੱਤੇ ਖਰਚ ਕੀਤਾ ਜਾ ਸਕੇ। ਤਾਂ ਟੈਕਸਿਸ ਵਧ ਰਹੇ ਨੇ, ਤਾਂ ਫਿਰ ਕੀ ਕੀਤਾ ਜਾਏ ਕਿ ਇਨਕਮ ਘਟ ਗਈ, ਖਰਚੇ ਵਧ ਗਏ, ਤਾਂ ਲੋਕੀ ਕੀ ਕਰਨ, ਬਜਟ ਸਾਰੇ ਹਿੱਲੇ ਪਏ ਨੇ। ਇਸ ਕਰਕੇ ਉਹਨਾਂ ਦੇ ਅੰਦਰ ਇਹ ਗੁੱਸਾ ਤਾਂ ਹੈ, ਇਸ ਕਰਕੇ ਮੁਜ਼ਾਹਰੇ ਵੀ ਹੋ ਰਹੇ ਨੇ। ਬਿਲਕੁਲ ਸਹੀ ਗੱਲ ਹੈ। ਅਖਬਾਰ ਦੇ ਵਿੱਚ ਵੀ ਆ ਚੁੱਕਿਆ ਹੈ, ਪੰਜਾਬ ਦੀਆਂ ਅਖਬਾਰਾਂ ਦੇ ਵਿੱਚ ਇਹ ਖਬਰ ਛਪਣੀ ਸ਼ੁਰੂ ਹੋ ਚੁੱਕੀ ਹੈ ਕਿ ਬਿਜਲੀ ਦੇ ਬਿੱਲ ਜਿਹੜੇ ਨੇ ਲੋਕ ਉਸ ਤੋਂ ਪਰੇਸ਼ਾਨ ਨੇ। ਪਰ ਅਸੀਂ ਬਿਲਕੁਲ ਪਰੇਸ਼ਾਨ ਨਹੀਂ ਹੈਗੇ। ਅਸੀਂ ਇਸ ਲਈ ਨਹੀਂ ਪਰੇਸ਼ਾਨ ਕਿ ਮਤਲਬ ਕਿ ਬਿੱਲ ਕਿਉਂ ਵਧੇ ਹੈ, ਬਿੱਲ ਵਧਣ ਤੋਂ ਅਸੀਂ ਵੀ ਪਰੇਸ਼ਾਨ ਹੈ। ਅਸੀਂ ਇਸ ਖਬਰ ਤੋਂ ਪਰੇਸ਼ਾਨ ਨਹੀਂ ਹੋਏ ਕਿਉਂਕਿ ਥਾਂ ਥਾਂ ਹੋਰਡਿੰਗ ਬੋਰਡਾਂ ਦੇ ਉੱਤੇ ਬਾਰ-ਬਾਰ ਲਿਖਿਆ ਸੀ ਬਿਜਲੀ ਦਾ ਬਿੱਲ ਮਾਫ, ਬਿਜਲੀ ਦਾ ਬਿੱਲ ਮਾਫ। ਪਰ ਸਾਡੇ ਘਰਾਂ ਦੇ ਆਪਣੇ ਬੰਦਿਆਂ ਦੇ ਜਦੋਂ ਬਿੱਲ ਆਏ ਕੁਝ ਸਮਾਂ ਪਹਿਲਾਂ, ਸਾਨੂੰ ਉਦੋਂ ਹੀ ਪਤਾ ਲੱਗ ਗਿਆ ਸੀਗਾ ਕਿ ਬਿੱਲ ਵਧੇ ਨੇ, ਤੇ ਬਾਕੀ ਲੋਕਾਂ ਦੇ ਹੌਲੀ-ਹੌਲੀ ਜਦੋਂ ਬਿੱਲ ਆਏ ਤੇ ਸਾਰਿਆਂ ਨੂੰ ਪਤਾ ਲੱਗ ਚੁੱਕਿਆ। ਸੋ ਇਹ ਕੇਵਲ ਪ੍ਰਦਰਸ਼ਨੀ ਲਗਾਈ ਹੈ ਹੋਰਡਿੰਗ ਬੋਰਡਾਂ ਦੇ ਉੱਤੇ ਬਿੱਲ ਮਾਫ ਕਰਨ ਦੀ, ਅਸਲੀਅਤ ਕੁਝ ਹੋਰ ਹੈ। ਤਾਂ ਹੀ ਲੋਕ ਪ੍ਰਦਰਸ਼ਨ ਕਰਨ ਦੇ ਲਈ ਸੜਕਾਂ ਤੇ ਉਤਰ ਰਹੇ ਨੇ। ਔਰ ਸਾਨੂੰ ਇਹ ਚਾਹੀਦਾ ਹੈ ਕਿ ਵੱਧ ਤੋਂ ਵੱਧ ਬਿਜਲੀ ਦੀ ਸੇਵਿੰਗ ਕਰੀਏ। ਬਿਲਕੁਲ। ਖੈਰ ਮੌਸਮ ਵੀ ਬਦਲ ਗਿਆ ਹੈ, ਪੱਖੇ ਏਸੀ ਦੀ ਹੁਣ ਲੋੜ ਨਹੀਂ, ਪਰ ਹੀਟਰ ਲਗਾ ਕੇ ਲੋਕ ਬਹਿ ਜਾਣਗੇ, ਬਹੁਤ ਠੰਡ ਲੱਗਦੀ ਹੈ, ਇਸ ਕਰਕੇ ਹੀਟਰ ਲਗਾ ਕੇ ਬੈਠਣਗੇ ਤਾਂ ਫਿਰ ਬਿਜਲੀ ਫੁਕਣੀ ਹੈ। ਤਾਂ ਬਿਜਲੀ ਨੂੰ ਜਿੰਨਾ ਸੇਵ ਕਰ ਸਕੀਏ ਜ਼ਰੂਰ ਸੇਵ ਕਰੀਏ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਤਾਂ ਹੀ ਹੋ ਸਕਦਾ ਹੈ ਕਿ ਅਸੀਂ ਆਪਣੇ ਬਜਟ ਨੂੰ ਕੰਟਰੋਲ ਕਰ ਸਕੀਏ। ਬਿਲਕੁਲ। ਅਗਲੀ ਖਬਰ ਲੈਂਦੇ ਹਾਂ ਗੁਰਨਾਮ ਸਿੰਘ ਚੜੂਨੀ ਹੋਣਾ ਦੀ। ਉਹਨਾਂ ਨੇ ਅਨਾਉਂਸ ਕਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਅਸੀਂ
ਚੋਣਾਂ ਜਿਹੜੀਆਂ ਜ਼ਰੂਰ ਲੜਾਂਗੇ। ਬਾਰ-ਬਾਰ ਉਹਨਾਂ ਦੇ ਵੱਲੋਂ ਇਹ ਖਬਰਾਂ ਸਾਹਮਣੇ ਆਉਂਦੀਆਂ ਨੇ, ਪਰ ਹੁਣ ਅਖਬਾਰਾਂ ਨੇ ਵੀ ਉਹਨਾਂ ਦੇ ਇਹ ਬਿਆਨ ਛਾਪਣੇ ਸ਼ੁਰੂ ਕਰ ਦਿੱਤੇ ਨੇ। ਬਿਲਕੁਲ, ਕਹਿੰਦੇ ਨੇ ਕਿ ਅਸੀਂ ਆਪਣੀ ਇੱਕ ਸਿਆਸੀ ਪਾਰਟੀ ਬਣਾਵਾਂਗੇ ਤਾਂ ਹਰ ਸੀਟ ਦੇ ਉੱਤੇ ਅਸੀਂ ਆਪਣਾ ਉਮੀਦਵਾਰ ਖੜਾ ਕਰਾਂਗੇ ਤਾਂ ਹਰ ਥਾਂ ਤੋਂ ਅਸੀਂ ਇਲੈਕਸ਼ਨਸ ਲੜਨੀਆਂ ਨੇ, ਔਰ ਉਮੀਦ ਵੀ ਹੈ ਕਿ ਉਹ ਜਿੱਤ ਵੀ ਜਾਣਗੇ, ਕਿਉਂਕਿ ਇਸ ਵਕਤ ਭਾਵਨਾ ਜਿਹੜੀ ਹੈ ਨਾ ਸਾਰੇ ਲੋਕਾਂ ਦੀ ਉਹ ਕਿਸਾਨਾਂ ਨਾਲ ਜੁੜੀ ਹੋਈ ਹੈ। ਚਲੋ, ਹੋ ਸਕਦਾ ਕਿ ਪੰਜਾਬ ਦੀ ਰਾਜਨੀਤੀ ਨੂੰ ਕੋਈ ਬਦਲ ਮਿਲ ਜਾਏ, ਸਾਨੂੰ ਕੋਈ ਨਵੇਂ ਚਿਹਰੇ ਵੇਖਣ ਨੂੰ ਮਿਲਣ, ਕੋਈ ਨਵੀਂ ਸੋਚ ਸਾਨੂੰ ਵੇਖਣ ਨੂੰ ਸੁਣਨ ਨੂੰ ਮਿਲੇ, ਤਾਂ ਹੋ ਸਕਦਾ ਹੈ ਕਿ ਕੋਈ ਹਾਲਾਤ ਚੰਗੇ ਆ ਜਾਣ, ਪਬਲਿਕ ਦੀ ਵੀ ਜਿਹਨੂੰ ਕਹਿੰਦੇ ਨੇ ਜੂਨ ਸੁਧਰ ਜਾਏ। ਜੀ ਬਿਲਕੁਲ, ਔਰ ਹੁਣ ਉਮੀਦ ਵੀ ਇਹੀ ਕੀਤੀ ਜਾਂਦੀ ਹੈ। ਆਪਾਂ ਰੋਜ਼ ਅਕਸਰ ਇਹ ਗੱਲ ਕਰਦੇ ਹਾਂ ਕਿ ਹੁਣ ਪਬਲਿਕ ਨੂੰ ਵੀ ਚਾਹੀਦਾ ਥੋੜਾ ਜਿਹਾ ਉਹੀ ਸ਼ਕਤੀਮਾਨ ਗੰਗਾਧਰ ਵਾਲੇ ਬਾਹਰ ਚੱਕਰ ਵੀ ਵਿੱਚੋਂ ਨਿਕਲ ਕੇ ਵੋਟਾਂ ਪਾਉਣ, ਕਿਉਂਕਿ ਉਹਨਾਂ ਨੇ ਵੀ ਵੋਟਾਂ ਪਾਉਣ ਲੱਗਿਆ ਇਹੀ ਸੋਚਣਾ ਹੁੰਦਾ ਮੇਰਾ ਤਾਂ ਬਾਬਾ ਵੀ ਇਹਨੂੰ ਪਾਉਂਦਾ ਸੀ, ਅਸੀਂ ਤਾਂ ਪੱਕੇ ਕਾਂਗਰਸੀ, ਅਸੀਂ ਤਾਂ ਪੱਕੇ ਅਕਾਲੀਆਂ, ਸਾਡੀਆਂ ਤਾਂ ਪੈਂਦੀਆਂ ਹੀ ਇਹਨੂੰ ਆ, ਹਨਾ। ਕਈਆਂ ਨੂੰ ਧਰਮ ਦਾ ਵੀ ਲਾਲਚ ਦਿੱਤਾ ਜਾਏਗਾ, ਕਈਆਂ ਨੂੰ ਪੈਸੇ ਦਾ ਵੀ ਦਿੱਤਾ ਜਾਏਗਾ, ਕਈਆਂ ਨੂੰ ਜਾਤਾਂ ਤੇ ਵੰਡਣ ਦੀ ਕੋਸ਼ਿਸ਼ ਵੀ ਕੀਤੀ ਜਾਏਗੀ ਕਿ ਸਾਡਾ ਤਬਕਾ ਇਹਨੂੰ ਵੋਟ ਪਾ ਰਿਹਾ, ਤੁਸੀਂ ਇਸ ਵੋਟ ਪਾਓ। ਸੋ ਇਹ ਸਭ ਚੀਜ਼ਾਂ ਭਰਮਾਉਣ ਦੇ ਲਈ ਕੀਤੀਆਂ ਜਾਣਗੀਆਂ। ਹੁਣ ਇੱਥੇ ਵੋਟਰ ਦੀ ਸਿਆਣਪ ਬਹੁਤ ਜ਼ਰੂਰੀ ਹੈ ਕਿ ਉਹ ਇੱਕ ਸਮਝਦਾਰ ਵੋਟਰ ਬਣ ਕੇ ਵੋਟ ਪਾਵੇ, ਤਾਂ ਜੋ ਆਉਣ ਵਾਲੇ ਸਮੇਂ 'ਚ ਫਿਰ ਨਾ ਉਹਨਾਂ ਨੂੰ ਪਛਤਾਉਣਾ ਪਵੇ। ਕੋਈ ਵੀ ਇੱਕ ਨਵੀਂ ਧਿਰ ਹੈ ਜਿਹੜੀ ਉਸਨੂੰ ਮੌਕਾ ਮਿਲਣਾ ਚਾਹੀਦਾ, ਕਿਉਂਕਿ ਜ਼ਰੂਰੀ ਹੋ ਜਾਂਦਾ ਜਦੋਂ ਇੱਕ ਰਾਜਾ ਬਹੁਤ ਸਾਲਾਂ ਤੱਕ ਜਨਤਾ ਤੇ ਰਾਜ ਕਰਦਾ ਨਾ, ਫਿਰ ਉਹ ਰਾਜਾ ਘੱਟ ਰਹਿ ਜਾਂਦਾ ਹੈ। ਮਤਲਬ ਕਿ ਲੋਕਤੰਤਰ ਵਾਲੇ ਰਾਜਿਆਂ ਦੀ ਗੱਲ ਕਰ ਰਹੀ ਹਾਂ, ਤਾਨਾਸ਼ਾਹੀ ਰਾਜਾ ਜ਼ਿਆਦਾ ਬਣ ਜਾਂਦਾ ਹੈ। ਗੱਲ ਇਹ ਹੈ ਨਾ ਕਿ ਵੋਟ ਪਾਉਣਾ ਇੱਕ ਸਕਿੱਲ ਹੈ, ਇੱਕ ਆਰਟ ਹੈ, ਕਲਾ ਹੈ। ਬਿਲਕੁਲ ਬਿਲਕੁਲ, ਨਾ ਸਾਨੂੰ ਘਰਾਂ 'ਚ ਸਿਖਾਈ ਜਾਂਦੀ, ਨਾ ਸਕੂਲਾਂ 'ਚ, ਨਾ ਕਾਲਜਾਂ 'ਚ। ਬਸ ਜਿੱਦਾਂ ਦੀ ਮੱਤ ਬਣੀ, ਜਿੱਦਾਂ ਦਾ ਅਸੀਂ ਦੇਖਿਆ ਮਾਹੌਲ ਬਣਿਆ, ਉਧਰ ਤੁਰ ਪਏ। ਹਾਲਾਂਕਿ ਇੱਕ ਸਕਿੱਲ ਹੈ, ਕਿੱਦਾਂ ਸਿਖਾਈ ਜਾਂਦੀ ਹੈ। ਇਹਦਾ ਨਾ ਇੱਕ ਬਹੁਤ ਵਧੀਆ ਉਦਾਹਰਣ ਮਿਲਦਾ ਹੈ ਜੋ ਸੁਕਰਾਤ ਨੇ ਦਿੱਤਾ ਸੀ ਆਪਣੇ ਇੱਕ ਚੇਲੇ ਨੂੰ। ਕਹਿੰਦਾ ਮੰਨ ਲਓ ਤੁਹਾਡੇ ਕੋਲ ਇੱਕ ਸਮੁੰਦਰੀ ਜਹਾਜ਼ ਹੈ। ਅੱਜ ਕੱਲ੍ਹ ਆਪਾਂ ਕਹਾਂਗੇ ਕਿ ਮੰਨ ਲਓ ਤੁਹਾਡੇ ਕੋਲ ਇੱਕ ਐਰੋਪਲੇਨ ਹੈ, ਹਵਾਈ ਜਹਾਜ਼ ਹੈ, ਤਾਂ ਉਹਦਾ ਇੱਕ ਪਾਇਲਟ ਤੁਸੀਂ ਚੁਣਨਾ, ਜਿਸ ਤਰ੍ਹਾਂ ਸ਼ਿਪ ਦਾ, ਸਮੁੰਦਰੀ ਜਹਾਜ਼ ਦਾ ਕੈਪਟਨ ਚੁਣਨਾ। ਹੁਣ ਉਹ ਕਿੱਦਾਂ ਚੁਣਿਆ ਜਾਊਗਾ? ਉਹ ਚੁਣਿਆ ਇੱਦਾਂ ਜਾਊਗਾ ਕਿ ਜਿਹੜੇ ਐਕਸਪਰਟ ਹੋਣਗੇ, ਸੀਨੀਅਰਸ ਹੋਣਗੇ, ਜਿਨ੍ਹਾਂ ਨੂੰ ਅਨੁਭਵ ਹੈਗਾ ਇਸ ਫੀਲਡ ਦਾ, ਉਹਦਾ ਟੈਸਟ ਲੈਣਗੇ। ਉਸ ਟੈਸਟ ਲੈਣ ਤੋਂ ਬਾਅਦ ਉਹਦੀ ਕਾਬਲੀਅਤ ਦੇਖੀ ਜਾਊਗੀ, ਫਿਰ ਜਾ ਕੇ ਉਹਨੂੰ ਜਹਾਜ਼ ਦਾ ਕੈਪਟਨ ਬਣਾਉਣਗੇ ਜਾਂ ਪਾਇਲਟ ਬਣਾਉਣਗੇ ਹਵਾਈ ਜਹਾਜ਼ ਦਾ। ਇਹ ਤਾਂ ਨਹੀਂ ਕਿ ਜੀ ਆ ਦੋ ਬੰਦੇ ਨੇ ਵੋਟਿੰਗ ਕਰਵਾ ਲਓ, ਜਿਹਨੂੰ ਜ਼ਿਆਦਾ ਵੋਟ ਪੈ ਜਾਵੇ ਉਹਨੂੰ ਕੈਪਟਨ ਬਣਾ ਦਿਓ, ਉਹਨੂੰ ਪਾਇਲਟ ਬਣਾ ਦਿਓ। ਨਹੀਂ 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 ਨਹੀਂ, ਆਉਂਦੇ ਤਾਂ ਹੈ ਨਹੀਂ, ਨਾ ਜਹਾਜ਼ ਉਡਾਉਣਾ ਆਉਂਦਾ ਹੈ, ਨਾ ਵੋਟਾਂ ਜ਼ਿਆਦਾ ਪੈ ਗਈਆਂ, ਨਾ ਸਮੁੰਦਰੀ ਜਹਾਜ਼ ਚਲਾਉਣਾ ਆਉਂਦਾ, ਤੇ ਵੋਟਾਂ ਦੇ ਸਿਰ ਦੇ ਉੱਤੇ ਉਹਨਾਂ ਨੂੰ ਬਿਠਾ ਦਿਓ, ਜਾਂ ਕੈਪਟਨ ਬਣਾ ਦਿਓ ਤਾਂ ਜਾਂ ਪਾਇਲਟ ਬਣਾ ਦਿਓ, ਤੇ ਹਾਲ ਕੀ ਹੋਊਗਾ? ਸਮੁੰਦਰੀ ਜਹਾਜ਼ ਡੁੱਬੂਗਾ ਤੇ ਜਿਹੜਾ ਹਵਾਈ ਜਹਾਜ਼ ਹੈ ਉਹ ਕ੍ਰੈਸ਼ ਹੋਊਗਾ ਕਿਤੇ ਨਾ ਕਿਤੇ ਜਾ ਕੇ। ਤੇ ਇੱਥੇ ਵੀ ਉਹੀ ਚੀਜ਼ ਹੋ ਰਹੀ ਹੈ ਕਿ ਵੋਟਾਂ ਦੇ ਸਿਰ ਦੇ ਉੱਤੇ ਤੁਸੀਂ ਬੰਦੇ ਚੁਣ ਲਏ, ਉਹਨੂੰ ਨਾ ਰਾਜਨੀਤੀ ਦਾ ਪਤਾ, ਨਾ ਉਹਨੂੰ ਐਡਮਿਨਿਸਟ੍ਰੇਸ਼ਨ ਦਾ ਪਤਾ ਹੈ, ਨਾ ਉਹਦੀ ਉਹ ਸੋਚ ਹੈ, ਨਾ ਉਹਨੂੰ ਤਿਕੜਮਬਾਜ਼ੀਆਂ ਖੇਡਣੀਆਂ ਆਉਂਦੀਆਂ ਨੇ, ਕਿੱਧਰੋਂ ਕਿਹੜੇ ਪੱਤੇ ਵੰਡਾ, ਕਿੱਧਰੋਂ ਕਿਹੜੇ ਪੱਤੇ ਵੰਡਾ, ਕਿਵੇਂ ਕਿੱਧਰੋਂ ਬੇਵਕੂਫ ਬਣਾ ਕੇ ਆ ਕੇ ਸੀਟ ਤੇ ਬਹਿ ਜਾ। ਤੇ ਜਹਾਜ਼ ਉਡਾਉਣਾ ਨਹੀਂ ਆਉਂਦਾ, ਸਮੁੰਦਰੀ ਜਹਾਜ਼ ਚਲਾਉਣਾ ਨਹੀਂ ਆਉਂਦਾ, ਹੁਣ ਡੁੱਬੋਗੇ ਹੀ ਨਾ, ਕ੍ਰੈਸ਼ ਹੀ ਮਾਰੋਗੇ। ਤੇ ਸਾਡਾ ਕੀ ਕਸੂਰ ਹੈ? ਪਬਲਿਕ ਦਾ ਕੀ ਕਸੂਰ ਹੈ? ਅੱਛਾ, ਕਈ ਲੋਕ ਨਾ ਇਦਾਂ ਵੀ ਵੋਟ ਪਾਉਂਦੇ ਆ, ਐਤਕੀ ਨਾ ਇਹ ਪਾਰਟੀ ਜਿੱਤਣੀ, ਆਪਾਂ ਵੀ ਇਹਨੂੰ ਹੀ ਵੋਟ ਪਾ ਦਿੰਨੇ। ਕਈ ਲੋਕ ਇਹ ਸੋਚ ਕੇ ਵੀ ਵੋਟ ਪਾਉਂਦੇ ਆ ਐਤਕੀ ਨਹੀਂ ਇਹਨਾਂ ਨੇ ਜਿੱਤਣਾ, ਜਿੱਤਣ ਵਾਲਿਆਂ ਨੂੰ ਵੋਟ ਪਾ ਦਿਓ। ਤੁਸੀਂ ਇਹ ਦੇਖੋ ਕਿ ਜਿਹੜੇ ਲੋਕ ਜਿੱਤ ਰਹੇ ਆ ਉਹਦੀ ਐਜੂਕੇਸ਼ਨ ਕਿੰਨੀ ਆ, ਕਿ ਉਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਤਾਂ ਨਹੀਂ ਹੈਗਾ, ਉਹਨੇ ਪੰਜਾਬ ਦੇ ਲਈ ਕੀ ਕੀਤਾ ਇੰਨੇ ਟਾਈਮ ਦੇ ਵਿੱਚ, ਜਾਂ ਉਹਦਾ ਚੰਗਾ ਇੱਕ ਮਤਲਬ ਕਿ ਰਿਜ਼ਿਊਮੇ ਬਣਿਆ ਹੋਇਆ ਜਿਸ ਦੇ ਜ਼ਰੀਏ ਉਹ ਗਾਂ ਆਉਣ ਵਾਲੇ ਟਾਈਮ 'ਚ ਕੀ ਵਧੀਆ ਕਰ ਸਕਦਾ। ਇੱਦਾਂ ਦੇ ਕੋਈ ਸਵਾਲ ਨਹੀਂ ਦੇਖੇ ਜਾਂਦੇ। ਐਤਕੀ ਕਿਹਨੇ ਜਿੱਤਣਾ, ਐਤਕੀ ਸਾਡਾ ਤਬਕਾ ਇਹਨੂੰ ਵੋਟ ਪਾਉਂਦਾ ਪਿਆ, ਆਪਾਂ ਸਾਰਿਆਂ ਨੇ ਐਤਕੀ ਇਹਨੂੰ ਪਾਉਣੀ ਹੈ। ਗੱਲ ਉਹੀ ਹੈ, ਮਤਲਬ ਕਿ ਵੋਟਾਂ ਦੇ ਆਧਾਰ ਤੇ ਪਾਇਲਟ ਚੁਣਾਂਗੇ ਤਾਂ ਜਹਾਜ਼ ਨੇ ਮਤਲਬ ਕਿ ਟੇਕ ਆਫ ਤਾਂ ਕੀ ਕਰਨਾ, ਸਟਾਰਟਿੰਗ 'ਚ ਹੀ ਚੜਨ ਤੋਂ ਪਹਿਲਾਂ ਹੀ ਟਾਇਰ ਖਿੱਲਰ ਜਾਣੇ। ਗੱਲ ਇਹ ਹੈ, ਤੁਸੀਂ ਹੁਣ ਸਟੂਡੀਓ ਤੋਂ ਬਾਹਰ ਜਾਓ ਜਾਂ ਆਪਣੇ ਘਰ ਤੋਂ ਬਾਹਰ ਜਾਓ, ਸੜਕ ਤੇ ਨਿਕਲੋ, ਵੱਡੇ ਵੱਡੇ ਹੋਰਡਿੰਗਸ ਹੱਥ ਜੋੜ ਕੇ ਖੜੇ ਨੇ, ਵੱਡੇ ਵੱਡੇ ਹੋਰਡਿੰਗਸ ਲੀਡਰਸ ਖੜੇ ਨੇ ਹੱਥ ਜੋੜ ਕੇ। ਇਹ ਤੁਹਾਡੇ ਆਪਣੇ, ਇਹ ਹਰਮਨ ਪਿਆਰੇ, ਇਹ ਤੁਹਾਡੇ ਦਿਲਾਂ ਦੇ ਰਾਜਾ। ਉਹ ਕੌਣ ਕਹਿੰਦਾ ਪਿਆ ਯਾਰ? ਇਹ ਤਾਂ ਤੁਸੀਂ ਡਿਕਲੇਅਰ ਕਰਦੇ ਪਏ ਹੋ, ਅਸੀਂ ਉਹਨੂੰ ਜਾਣਦੇ ਵੀ ਨਹੀਂ ਕੌਣ ਹੈਗੇ ਨੇ। ਸਾਡਾ ਜੋੜ ਪੱਕਾ, ਗੱਠ ਜੋੜ ਪਤਾ ਨਹੀਂ, ਮਤਲਬ ਜਿਸ ਪਾਸੇ ਤੁਹਾਡੀ ਨਜ਼ਰ ਜਾਏਗੀ। ਗੱਠ ਜੋੜ ਤਾਂ ਗੱਲ ਹੀ ਭਾਜਪਾ ਦਾ ਵੀ ਸੀਗਾ, ਲੈ ਲਿਆ ਸਵਾਦ। ਦੇਖ ਲਓ ਹੁਣ ਬਸਪਾ ਨਾਲ ਹੋ ਰਿਹਾ। ਸੋ ਜਿੱਥੇ ਤੁਸੀਂ ਜਾਓਗੇ ਵੱਡੇ ਵੱਡੇ ਹੋਰਡਿੰਗਸ, ਔਰ ਭਾਜੀ ਨੇ ਹੱਥ ਜੋੜੇ ਹੋਏ ਨੇ, ਖੜੇ ਨੇ। ਅੱਜ ਇਸ ਤਿਉਹਾਰ ਦੇ ਉੱਤੇ ਵਧਾਈ ਹੈ, ਅੱਜ ਗੁਰਪੁਰਬ ਦੀ ਵਧਾਈ ਹੈ, ਅੱਜ ਦੀਵਾਲੀ ਦੀ ਵਧਾਈ ਹੈ। ਤੁਸੀਂ ਕੌਣ ਹੋ ਬਈ? ਕੋਈ ਤੁਹਾਨੂੰ ਜਾਣਦਾ ਨਹੀਂ, ਕੋਈ ਤੁਹਾਡੀ ਕਾਰਗੁਜ਼ਾਰੀ ਨਹੀਂ, ਕੁਝ ਤੁਹਾਡਾ ਪਤਾ ਨਹੀਂ, ਕੋਈ ਤੁਹਾਡੀ ਕਾਬਲੀਅਤ ਦਾ ਨਹੀਂ ਪਤਾ। ਬਸ ਆ ਹੋਰਡਿੰਗ ਦੇ ਸਿਰ ਦੇ ਉੱਤੇ ਤੁਸੀਂ ਲੋਕਾਂ ਦੇ ਵਿੱਚ ਮਸ਼ਹੂਰ ਹੋਣਾ ਚਾਹੁੰਦੇ ਹੋ ਤਾਂ ਕਿ ਅਸੀਂ ਵੋਟਾਂ ਖਿੱਚ ਸਕੀਏ। ਪਰ ਕਿਉਂ ਬਈ? ਅਸੀਂ ਤੁਹਾਡਾ ਕੀ ਵਿਗਾੜਿਆ? ਜੇ ਤੁਸੀਂ ਕਾਬਿਲ ਨਹੀਂ ਹੈਗੇ ਹੋ, ਨਾ ਉਹ ਇਸ ਖੇਤਰ ਦੇ ਵਿੱਚ ਕੋਈ ਹੋਰ ਕੰਮ ਕਰੋ। ਕਿਹਨੇ ਕਿਹਾ ਤੁਹਾਨੂੰ ਰਾਜਨੀਤੀ 'ਚ ਆਉਣ ਵਾਸਤੇ? ਜੇ ਤੁਹਾਨੂੰ ਨਹੀਂ ਆਉਂਦਾ ਦੇਸ਼ ਚਲਾਉਣਾ, ਜੇ ਤੁਹਾਨੂੰ ਨਹੀਂ ਆਉਂਦੀ ਸਟੇਟ ਚਲਾਉਣੀ, ਜਾਂ ਕਿਸੇ ਵੀ ਕੁਰਸੀ ਦੇ ਉੱਤੇ ਬਹਿ ਕੇ ਤੁਹਾਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਨਹੀਂ ਆਉਂਦੀ ਕਿਉਂਕਿ ਤੁਹਾਡੇ 'ਚ ਕਾਬਲੀਅਤ ਨਹੀਂ ਹੈ, ਤਾਂ ਤੁਹਾਨੂੰ ਕਿਹਨੇ ਕਿਹਾ ਰਾਜਨੀਤੀ 'ਚ ਆਉਣ ਵਾਸਤੇ? ਕੋਈ ਹੋਰ ਕੰਮ ਕਰ ਲਓ। ਇਹ ਕੋਈ ਧੰਦਾ ਥੋੜਾ ਹੈ, ਇਹ ਸੇਵਾ ਹੈ। ਫਿਰ ਜਦੋਂ ਤੁਸੀਂ ਆਉਂਦੇ ਹੋ ਫਿਰ ਕੀ ਹੁੰਦੇ ਨੇ? ਘੁਟਾਲੇ ਹੁੰਦੇ ਨੇ, ਠੱਗੀਆਂ,
ਆਏ ਦਿਨ ਨਵੇਂ-ਨਵੇਂ ਘੁਟਾਲੇ ਬਾਹਰ ਆਉਂਦੇ ਨੇ। ਫਿਰ ਦੱਸੋ ਪਬਲਿਕ ਫਿਰ ਕਹਿੰਦੀ ਬਈ ਸਾਡਾ ਕੀ ਕਸੂਰ ਹੈ, ਦੱਸੋ ਸਾਡਾ ਪਿੱਛਾ ਛੱਡੋ ਯਾਰ, ਕਿਸੇ ਚੰਗੇ ਬੰਦੇ ਨੂੰ, ਕਿਸੇ ਚੱਜ ਦੇ ਬੰਦੇ ਨੂੰ ਆਉਣ ਦਿਓ ਜਿਹੜਾ ਵਾਕਈ ਹੀ ਸਾਡੇ ਦੁੱਖ ਸੁੱਖ ਦਾ ਸਾਥੀ ਬਣੇ, ਵਾਕਈ ਜਿਹਨੂੰ ਕੰਮ ਕਰਨਾ ਆਉਂਦਾ ਹੋਵੇ, ਦੇਸ਼ ਚਲਾਉਣਾ ਆਉਂਦਾ ਹੋਵੇ, ਜਿਹਨੂੰ ਵਾਕਈ ਸਟੇਟ ਚਲਾਉਣੀ ਆਉਂਦੀ ਹੋਵੇ, ਵਾਕਈ ਆਪਣੀ ਜ਼ਿੰਮੇਵਾਰੀ ਨਿਭਾਉਣੀ ਆਉਂਦੀ ਹੋਵੇ ਅਕੋਰਡਿੰਗ ਟੂ ਦ ਕਨਸਟੀਟਿਊਸ਼ਨ, ਸੰਵਿਧਾਨ ਦੇ ਮੁਤਾਬਿਕ। ਜੇ ਨਹੀਂ ਆਉਂਦੀ ਭਾਜੀ ਘਰ ਬੈਠੋ ਕੋਈ ਹੋਰ ਕੰਮ ਕਰੋ, ਕਿਉਂ ਸਾਨੂੰ ਤੰਗ ਕਰਦੇ ਪਏ ਹੋ? ਇੱਕ ਸਿੱਧੀ ਸਾਦੀ ਇਹ ਸੋਚ ਬਣੀ ਹੋਈ ਹੈ ਇਸ ਵਕਤ ਪਬਲਿਕ ਦੀ। ਸੋ ਇਹ ਸਾਰੀ ਭਾਵਨਾ ਨੂੰ ਦੇਖਦੇ ਹੋਏ ਵੀ ਚੜੂਨੀ ਸਾਹਿਬ ਕੋਈ ਪਾਰਟੀ ਲੈ ਕੇ ਆਉਣਾ ਚਾਹੁੰਦੇ ਨੇ, ਇਸ ਚੀਜ਼ ਨੂੰ ਜ਼ਰੂਰ ਗੌਰ ਕਰਨਾ ਪਏਗਾ ਕਿ ਪਬਲਿਕ ਕਿਸ ਹੱਦ ਤੱਕ ਤੰਗ ਆ ਚੁੱਕੀ ਹੈ, ਖਾਸ ਕਰਕੇ ਯੰਗ ਜਨਰੇਸ਼ਨ, ਨਵੀਂ ਪੀੜ੍ਹੀ। ਉਹਨੂੰ ਬੇਵਕੂਫ ਬਣਾਉਣਾ, ਆਪਣੇ ਚੱਕਰ 'ਚ ਲਿਆਉਣਾ, ਉਹਦਾ ਦਿਮਾਗ ਫੜਨਾ, ਉਹਦੇ ਦਿਮਾਗ ਨੂੰ ਘਮਾਉਣਾ ਇੰਨਾ ਆਸਾਨ ਨਹੀਂ ਹੈ, ਕਿਉਂਕਿ ਯੰਗ ਜਨਰੇਸ਼ਨ ਬਹੁਤ ਤੇਜ਼ ਹੈ। ਪਰ ਨਹੀਂ, ਇੱਥੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗੀ, ਯੰਗ ਜਨਰੇਸ਼ਨ ਨੂੰ ਵੀ ਭਰਮਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਝੂਠਾ ਮੂਠਾ ਨੌਕਰੀਆਂ ਦਾ ਵਾਅਦਾ ਕਰ ਦਿੰਦੇ ਨੇ, ਜਦੋਂ ਉਦੋਂ ਯੰਗ ਜਨਰੇਸ਼ਨ ਭਰਮਾ ਜਾਂਦੀ ਹੈ। ਹਰ ਬੰਦਾ ਹੀ ਐਵੇਂ ਦਾ ਹੁੰਦਾ, ਮੈਂ ਵੀ ਧਰਮ ਦੇ ਮਾਮਲੇ ਤੇ ਪਿਘਲ ਜਾਂਦੀ ਹਾਂ, ਪਰ ਵੋਟ ਪਾਉਣ ਲੱਗਿਆ ਮੈਂ ਧਰਮ ਨੂੰ ਪਾਸੇ ਤੇ ਰੱਖਦੀ ਹਾਂ। ਬਹੁਤ ਸਾਰੇ ਨੌਜਵਾਨ ਇਦਾਂ ਦੇ ਹਨ ਜੋ ਜਾਤ ਤੇ ਧਰਮ ਦੇ ਨਾਮ ਤੇ ਵੋਟਾਂ ਪਾਉਣ ਨੂੰ ਤਿਆਰ ਰਹਿੰਦੇ ਨੇ। ਬਿਲਕੁਲ, ਕਿਉਂ? ਕਿਉਂਕਿ ਐਜੂਕੇਸ਼ਨ ਨਹੀਂ ਹੋਈ ਹੈ, ਉਹਨਾਂ ਕੋਲ ਅਵੇਅਰਨੈਸ ਨਹੀਂ ਹੈ, ਉਹ ਜਾਗਰਤ ਨਹੀਂ ਹੋਏ। ਉਹ ਵੀ ਕਿਤੇ ਨਾ ਕਿਤੇ ਉਹ ਪੁਰਾਣੇ ਖਿਆਲਾਂ ਨੂੰ ਲੈ ਕੇ ਚੱਲ ਰਹੇ ਨੇ, ਕਿਉਂਕਿ ਯੰਗ ਜਨਰੇਸ਼ਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਉਮਰ 'ਚ ਛੋਟੇ ਹੋ। ਯੰਗ ਜਨਰੇਸ਼ਨ ਦਾ ਮਤਲਬ ਇਹ ਹੈ ਕਿ ਤੁਸੀਂ ਅੰਦਰੋਂ ਜਵਾਨ ਹੋ, ਤੁਸੀਂ 70 ਸਾਲ ਦੇ ਵੀ ਹੋ ਸਕਦੇ ਹੋ, ਤੇ ਜਿਹੜਾ 24 ਸਾਲ ਦਾ 20 ਸਾਲ ਦਾ ਉਹ ਬੁੱਢਾ ਵੀ ਹੋ ਸਕਦਾ, ਕਿਉਂ? ਪੁਰਾਣੀ ਸੋਚ ਦਾ ਬੰਦਾ ਹੈ। ਤਾਂ ਗੱਲ ਯੰਗ ਜਨਰੇਸ਼ਨ ਦਾ ਮਤਲਬ ਹੈ ਨਵੀਂ ਸੋਚ, ਜਵਾਨ ਸੋਚ। ਉਹ ਭਾਵੇਂ 70 ਸਾਲ ਦਾ ਮੁੰਡਾ ਹੋਵੇ, ਮੁੰਡਾ ਹੀ ਕਵਾਂਗਾ 70 ਸਾਲ ਦੇ ਨੂੰ ਵੀ, ਕਿਉਂਕਿ ਉਹ ਜਵਾਨ ਸੋਚ ਹੈ, ਤੇ ਭਾਵੇਂ 20 ਸਾਲ ਦਾ ਮੁੰਡਾ ਹੋਵੇ। ਤੇ ਜੇ 20 ਸਾਲ ਦੇ ਮੁੰਡੇ ਕੋਲ ਪੁਰਾਣੀ ਸੋਚ ਹੈ ਤਾਂ ਉਹ 70 ਸਾਲ ਦੇ ਬਜ਼ੁਰਗ ਨੇ, ਉਹ 20 ਸਾਲ ਦੇ ਨੌਜਵਾਨ ਨਹੀਂ ਹੈਗੇ। ਤਾਂ ਗੱਲ ਸਾਰੀ ਸੋਚ ਦੀ ਹੈ। ਯੰਗ ਜਨਰੇਸ਼ਨ ਉਹ ਜਿਹਦੀ ਸੋਚ ਯੰਗ ਹੈ, ਨਵੇਂ ਆਈਡੀਆਜ਼ ਨੇ, ਨਵੇਂ ਆਈਡੀਆ ਨਾਲ ਚੱਲਣਾ ਚਾਹੁੰਦੇ ਨੇ। ਦੇਖੋ ਨਾ, ਸਪੇਸ ਪਹੁੰਚ ਗਏ ਅਸੀਂ, ਕਿੱਥੇ ਕਿੱਥੇ ਅਸੀਂ ਨਵੇਂ-ਨਵੇਂ ਗ੍ਰਹਿਾਂ ਦੀ ਖੋਜ ਕਰ ਰਹੇ ਹਾਂ, ਤੇ ਕਿੱਥੇ ਅਸੀਂ ਬੈਠੇ ਤੁਹਾਡੀ ਗਲੀ ਨਹੀਂ ਬਣਨ ਦੇਣੀ, ਤੁਹਾਡੀ ਗਲੀ ਪੱਕੀ ਨਹੀਂ ਹੋਣ ਦੇਣੀ। ਕੀ ਚੱਲ ਰਿਹਾ ਯਾਰ? ਬੰਦਾ ਹੱਸਦਾ ਹੈ ਨਾ। ਕਿਤੇ ਅਸੀਂ ਸਪੇਸ ਦੀਆਂ ਗੱਲਾਂ ਕਰਦੇ ਪਏ, ਕਿਤੇ ਗਲੀਆਂ ਤੇ ਬੈਠੇ ਹੋਏ ਆ। ਸੋ ਦੇਖੋ ਕਿੰਨਾ ਵੱਡਾ ਗੈਪ ਹੈ, ਤੇ ਅਸੀਂ ਇਹ ਗੈਪ ਨੂੰ ਪੂਰਾ ਕਰਨਾ ਹੈ। ਛੋਟੀਆਂ-ਛੋਟੀਆਂ ਗੱਲਾਂ, ਕਈ ਵਾਰ ਅਸੀਂ ਪਤਾ ਕੀ ਡਿਸਕਸ ਕਰਦੇ ਹਾਂ ਕਿ ਸਾਨੂੰ ਸੜਕ ਪਾਰ ਕਰਨੀ ਨਹੀਂ ਆਉਂਦੀ। ਸੜਕ ਦੇ ਜਿਹੜੇ ਨਿਯਮ ਨੇ ਉਹਨਾਂ ਦੇ ਮੁਤਾਬਿਕ ਅਸੀਂ ਸੜਕ ਪਾਰ ਨਹੀਂ ਕਰਦੇ, ਪਰ ਅਸੀਂ ਸੰਵਿਧਾਨ ਦੇ ਨਿਯਮਾਂ ਦੇ ਮੁਤਾਬਿਕ ਚੱਲਣਾ ਹੈ। ਕਿੱਡਾ ਵੱਡਾ ਗੈਪ ਹੈ। ਇਹ ਗੈਪ ਕਿਵੇਂ ਪੂਰਾ ਹੋਏਗਾ? ਐਜੂਕੇਸ਼ਨ ਦੇ ਜ਼ਰੀਏ। ਤੇ ਐਜੂਕੇਸ਼ਨ ਕਿੱਥੇ ਹੈ? ਉਹ ਵੀ ਤੁਸੀਂ ਦੇਖਦੇ ਹੋ ਕੀ ਹਾਲ ਹੈ ਐਜੂਕੇਸ਼ਨ ਦਾ। ਤੇ ਉਸ ਤੋਂ ਅੱਗੇ ਅਸੀਂ ਸਪੇਸ ਸਾਇੰਸ ਤੱਕ ਪਹੁੰਚੇ ਹੋਏ ਹਾਂ, ਇੱਥੇ ਗਲੀਆਂ ਨਹੀਂ ਬਣਨ ਦੇਣੀਆਂ। ਕਿੱਡਾ ਵੱਡਾ ਗੈਪ ਹੈ ਸੋਚ ਦਾ, IQ ਲੈਵਲ ਦਾ ਕਿੱਡਾ ਵੱਡਾ ਗੈਪ ਹੈ। ਇਸ ਨੂੰ ਕਿਵੇਂ ਕਵਰ ਕਰਨਾ ਹੈ? ਸੋ ਇਹ ਸਾਰੀਆਂ ਚੀਜ਼ਾਂ ਜੋ ਇੱਥੇ ਆ ਕੇ ਗੱਲ ਮੁੱਕਦੀ ਹੈ ਕਿ ਜਿਹੜੀ ਸਿਲੈਕਸ਼ਨ ਹੈ ਜਾਂ ਇਲੈਕਸ਼ਨ ਹੈ ਜਾਂ VOTING ਹੈ, ਉਹ ਇੱਕ ਆਰਟ ਹੈ, ਕਲਾ ਹੈ। ਉਹਦੇ ਵਾਸਤੇ ਨਾਗਰਿਕ ਨੂੰ, ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਪੂਰੀ ਤਿਆਰੀ ਕਰਨੀ ਪਏਗੀ, ਪ੍ਰੋਪਰ ਸਟੱਡੀ ਕਰਨੀ ਪਏਗੀ। ਹੁਣ ਅਗਲੀ ਖਬਰ ਇੱਕ ਵਾਰੀ ਫਿਰ ਤੋਂ ਪੰਜਾਬ ਦੇ ਅਧਿਆਪਕਾਂ ਦੀ ਲੈਂਦੇ ਆ। ਅਧਿਆਪਕ ਸਮਾਜ ਦਾ ਨਿਰਮਾਤਾ ਹੁੰਦਾ ਹੈ, ਸਮਾਜ ਨੂੰ ਸਿਰਜਦਾ ਹੈ, ਪਰ ਇੱਥੇ ਅਧਿਆਪਕ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਮਤਲਬ ਕਿ ਪੇਸ਼ ਕੀਤਾ ਜਾ ਰਿਹਾ ਲੋਕਾਂ ਦੇ ਸਾਹਮਣੇ। ਕਿਸ ਤਰੀਕੇ ਦੇ ਨਾਲ ਕਿ ਇਹ ਤਾਂ ਹੜਤਾਲਾਂ ਤੇ ਤੁਰੇ ਰਹਿੰਦੇ ਆ, ਇਹ ਤਾਂ ਸਰਕਾਰ ਨੂੰ ਪਰੇਸ਼ਾਨ ਕਰਦੇ, ਜਦਕਿ ਉਹ ਆਪਣੇ ਹੱਕਾਂ ਲਈ ਤੁਰੇ ਹੋਏ ਆ। ਤੁਸੀਂ ਉਹਨਾਂ ਨੂੰ ਟੈਸਟ ਪਾਸ ਕਰਾ ਕੇ ਨੌਕਰੀਆਂ ਨਹੀਂ ਦੇ ਰਹੇ ਹੋ। ਬਿਲਕੁਲ ਸਹੀ ਗੱਲ ਹੈ। ਹੁਣ ਦੇਖੋ ਇੱਕ ਗੱਲ ਹੈ, ਕਈ ਵਾਰ ਅਸੀਂ ਦੇਖਦੇ ਹਾਂ, ਮੰਨ ਲਓ ਤੁਸੀਂ ਟ੍ਰੇਨ ਤੇ ਜਾ ਰਹੇ ਹੋ, ਰੇਲ ਗੱਡੀ ਤੇ ਜਾ ਰਹੇ ਹੋ। ਹੁਣ ਇੱਕ ਤਾਂ ਹੈ ਤੁਹਾਡੀ ਬੁਕਿੰਗ ਹੋਈ ਹੈ, ਠੀਕ ਹੈ ਨਾ, ਸਾਰੀਆਂ ਬੁਕਿੰਗ ਵਾਲੀਆਂ ਬੋਗੀਆਂ ਨੇ। ਇੱਕ ਬੋਗੀ ਹੋਏ ਜੋ ਜਨਰਲ ਕੈਟਾਗਰੀ ਹੈ, ਜਿਹਦੀ ਕੋਈ ਬੁਕਿੰਗ ਨਹੀਂ, ਤੁਸੀਂ ਉਸੇ ਵੇਲੇ ਜਾ ਕੇ ਟਿਕਟ ਲੈ ਕੇ ਬਹਿ ਸਕਦੇ ਹੋ। ਹੁਣ ਜੇ ਤੁਹਾਨੂੰ ਪਤਾ ਹੈ ਕਿ ਉਸ ਡੱਬੇ ਦੀ ਕੈਪੈਸਿਟੀ 70 ਬੰਦਿਆਂ ਦੀ ਹੈ, ਤੇ ਤੁਸੀਂ 150 ਟਿਕਟਸ ਇਸ਼ੂ ਕਿਉਂ ਕੀਤੀਆਂ? ਹਾਂ, ਉਹੀ ਤਾਂ ਮੈਂ ਕਹਿ ਰਹੀ ਹਾਂ। ਉੱਥੇ ਭੀੜ ਪਾ ਕੇ ਰੱਖ ਦਿੱਤੀ, ਲੋਕੀ ਸਾਹ ਕਿਵੇਂ ਲੈਣਗੇ? ਲਟਕ ਕੇ ਜਾਣਗੇ, ਐਕਸੀਡੈਂਟਸ ਹੋਣਗੇ, ਕਿਸੇ ਦੀ ਡੈਥ ਵੀ ਹੋ ਸਕਦੀ ਹੈ। ਤੁਸੀਂ ਟਿਕਟਸ ਹੀ ਉਨੀਆਂ ਇਸ਼ੂ ਕਰੋ ਜਿੰਨੀਆਂ ਉੱਥੇ ਸੀਟਸ ਹੈਗੇ ਕਿ ਕੰਫਰਟੇਬਲੀ ਜਾਣ। 4 ਬੋਗੀਆਂ ਨੇ, 5 ਬੋਗੀਆਂ ਨੇ ਜਿਹੜੀਆਂ ਜਨਰਲ ਕੈਟਾਗਰੀ ਨੇ, ਉਨੀਆਂ ਟਿਕਟਸ ਇਸ਼ੂ ਕਰੋ। ਬਟ ਤੁਸੀਂ ਟਿਕਟਸ ਜ਼ਿਆਦਾ ਇਸ਼ੂ ਕਰਦੇ ਹੋ, ਭੀੜ ਪੈ ਜਾਂਦੀ ਹੈ। ਉਹੀ ਸੋਚ ਇੱਥੇ ਹੈ ਕਿ ਜਦੋਂ ਤੁਹਾਨੂੰ ਪਤਾ ਹੈ ਨੌਕਰੀਆਂ 100 ਨੇ, ਤੇ ਤੁਸੀਂ 100 ਸਿਲੈਕਟ ਕਰੋ ਨਾ। ਤੁਸੀਂ 1000 ਬੰਦੇ ਨੂੰ ਕਿਉਂ ਇਨਵਾਈਟ ਕੀਤਾ ਵੀ ਆ ਕੇ ਤੁਸੀਂ ਉੱਥੇ ਆਪਣੀ ਸਿਲੈਕਸ਼ਨ ਕਰਵਾਓ? ਹੁਣ ਬਾਕੀ 900 ਕਿੱਥੇ ਜਾਣਗੇ? ਉਹਨਾਂ ਨੇ ਵੀ ਤਾਂ ਕਹਿਣਾ ਹੀ ਨਾ ਕਿ ਅਸੀਂ ਵੀ ਤਾਂ ਟੈਸਟ ਪਾਸ ਕੀਤਾ ਹੈ, ਅਸੀਂ ਵੀ ਕਲੀਅਰ ਕੀਤਾ ਹੈ, ਤੇ ਤੁਸੀਂ ਰੌਲਾ ਪਾਇਆ ਹੋਇਆ ਘਰ ਘਰ ਨੌਕਰੀ, ਘਰ ਘਰ ਨੌਕਰੀ। ਦੇਖੋ ਮਾਲਵੇ ਵੱਲ ਇੱਕ ਮੈਂ ਇੰਟਰਵਿਊਜ਼ ਦੇਖੀਆਂ ਸੀ ਪਿੱਛੇ ਜੇ, ਕੁਝ ਇਦਾਂ ਦੇ ਬੱਚੇ ਨੇ, ਪਤਾ ਨਹੀਂ ਮਤਲਬ ਕਿ ਕਈ ਇਦਾਂ ਦੇ ਟੈਸਟ ਆ ਟੀਚਿੰਗ ਦੇ ਜਿਹੜੇ ਉਹਨਾਂ ਨੇ ਸਾਰੇ ਕਲੀਅਰ ਕੀਤੇ ਹੋਏ, ਟੈਟ ਕਲੀਅਰ, B.Ed, M.Ed, ਉਹ ਇੱਟਾਂ ਦੇ ਪੱਠਿਆਂ ਤੇ ਕੰਮ ਕਰ ਰਹੇ ਆ। ਬਿਲਕੁਲ, ਕੀ ਉਹਨਾਂ ਨੂੰ ਪਰ ਡੇ ਦਿਹਾੜੀ ਮਿਲਦੀ ਹੋਊਗੀ? ਔਰ ਇੰਨਾ ਪੜ੍ਹ ਕੇ ਇੱਟਾਂ ਦੇ ਪੱਠਿਆਂ ਤੇ ਕੰਮ ਕਰਨਾ, ਫਿਰ ਬੋਰਡ ਲੱਗ ਜਾਣੇ ਘਰ ਘਰ ਨੌਕਰੀ ਮਿਲ ਤਾਂ ਗਈ ਆ। ਔਰ ਬਾਅਦ ਦੇ ਵਿੱਚ ਦੇਖੋ ਫਿਰ ਪ੍ਰਗਟ ਸਿੰਘ ਹੋਣਾ ਦੇ ਆਉਣ ਤੇ ਲੋਕਾਂ ਨੂੰ ਉਮੀਦ ਜਾਗੀ ਸੀ ਸ਼ਾਇਦ ਇਹ ਸਿੱਖਿਆ ਮੰਤਰੀ ਬਣਨਗੇ, ਕੁਝ ਸੁਣਨਗੇ, ਪਰ ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ। ਔਰ ਜਦੋਂ ਤੇ ਪ੍ਰਗਟ ਸਿੰਘ ਹੋਣੀ ਮੰਤਰੀ ਬਣੇ ਨੇ,
ਅਧਿਆਪਕਾਂ ਦੇ, ਹੈ ਨਾ, ਸਿੱਖਿਆ ਮੰਤਰੀ ਬਣੇ ਨੇ, ਉਦਣ ਦਾ ਬਸ ਇੱਕ ਕੰਮ ਜ਼ਰੂਰ ਹੋ ਰਿਹਾ ਕਿ ਉਹਨਾਂ ਦੇ ਘਰ ਨੂੰ ਜਿਹੜੀ ਮੇਨ ਰੋਡ ਜਾਂਦੀ ਹੈ ਤੀਜੇ ਚੌਥੇ ਦਿਨ ਜਾਂ ਕੁਝ ਹਫ਼ਤੇ ਬਾਅਦ ਬੰਦ ਕਰ ਦਿੱਤੀ ਜਾਂਦੀ ਹੈ, ਕਿਉਂਕਿ ਉੱਥੇ ਧਰਨੇ ਪ੍ਰਦਰਸ਼ਨ ਹੋ ਰਹੇ ਨੇ। ਹੁਣ ਵੀ ਇਸ ਵਕਤ ਵੀ ਹੋ ਰਿਹਾ ਹੈ। ਸੀਐਮ ਸਾਹਿਬ ਦੀ ਕੋਠੀ ਵੱਲ ਚੱਲੇ ਨੇ ਟੀਚਰਸ, ਉੱਥੇ ਵੀ ਇਹ ਸਭ ਹੋਇਆ, ਉਹਨਾਂ ਨੂੰ ਡਾਂਗਾਂ ਵੀ ਪੈਂਦੀਆਂ ਨੇ। ਟੀਚਰ ਇੱਕ ਪਾਸੇ ਕੱਚੇ ਤੁਰੇ ਫਿਰਦੇ ਆ, ਇੱਕ ਪਾਸੇ ਤੁਸੀਂ ਉਹਨਾਂ ਨੂੰ ਭਰਤੀ ਨਹੀਂ ਕਰਦੇ ਪਏ, ਦੂਜੇ ਪਾਸੇ ਜਿਹੜੇ ਟੀਚਰ ਰੱਖੇ ਹੋ ਉਹਨਾਂ ਨੂੰ ਤੁਸੀਂ ਵੋਟਾਂ ਬਣਾਉਣ ਨੂੰ ਰੱਖਿਆ ਹੋਇਆ ਹੈ। ਫਿਰ ਤੁਸੀਂ ਕਹਿੰਦੇ ਹੋ ਸਾਡੇ ਸਮਾਜ 'ਚ ਬੱਚੇ ਬਾਹਰ ਜਾਈ ਜਾਂਦੇ ਆ। ਪੜ੍ਹਾਉਣ ਵਾਲੇ ਹੀ ਨਹੀਂ ਸੰਤੁਸ਼ਟ ਹੈਗੇ ਤੇ ਪੜ੍ਹਨ ਵਾਲਿਆਂ ਦਾ ਕੀ ਹਾਲ ਹੋਏਗਾ? ਬਿਲਕੁਲ ਸਹੀ ਗੱਲ ਹੈ। ਤੁਸੀਂ ਕਿਹਾ ਨਾ ਕਿ ਪੱਠਿਆਂ ਤੇ ਨੌਕਰੀ ਕਰਦੇ ਪਏ ਨੇ, ਤੇ ਨੌਕਰੀ ਮਿਲ ਤਾਂ ਗਈ ਹੈ। ਇਹ ਥੋੜਾ ਕਿਹਾ ਸੀਗਾ ਕਿ ਕਿਹੜੀ ਨੌਕਰੀ ਦੇਣੀ ਹੈ, ਇਹ ਥੋੜਾ ਕਿਹਾ ਸੀ ਤੁਹਾਡੀ ਐਜੂਕੇਸ਼ਨ ਦੇ ਮੁਤਾਬਿਕ ਨੌਕਰੀ ਦੇਣੀ ਹੈ। ਤੁਹਾਨੂੰ ਨੌਕਰੀ ਦੇਣੀ ਹੈ, ਇੱਟਾਂ ਦੇ ਪੱਠਿਆਂ ਦੇ ਕੰਮ ਕਰੋ, ਰੋਟੀ ਖਾਓ, ਤੁਹਾਨੂੰ ਕਿਹਨੇ ਮਨਾ ਕੀਤਾ ਹੈ? ਗੱਲ ਇਹ ਹੈ ਕਿ ਡਿਗਨਿਟੀ ਆਫ ਐਜੂਕੇਸ਼ਨ ਨਹੀਂ ਹੈ ਸਾਡੇ ਇੱਥੇ, ਪੜ੍ਹਾਈ ਲਿਖਾਈ ਦੀ ਕਦਰ ਨਹੀਂ ਹੈ। ਤੀਜੇ ਦਿਨ BLO ਦੀ ਡਿਊਟੀ ਟੀਚਰਾਂ ਦੀ ਲਾ ਦੇਣੀ, ਤੀਜੇ ਦਿਨ ਲਾ ਦੇਣੀ। ਮਤਲਬ ਅਧਿਆਪਕ ਤਾਂ ਸਿਰਫ ਵੋਟਾਂ ਤੇ ਉਹ ਵੋਟਾਂ ਪਵਾਉਣ ਨੂੰ ਰੱਖੇ ਹੋਏ ਇਹਨਾਂ ਨੇ। ਬਿਲਕੁਲ ਰੱਖੇ ਹੋਏ ਨੇ। ਹੁਣ ਤੁਸੀਂ ਦੇਖੋ ਜੇ ਪੜ੍ਹਾਈ ਲਿਖਾਈ ਦੀ ਕਦਰ ਨਹੀਂ ਹੈਗੀ, ਜਿਹਨੂੰ ਮੈਂ ਕਿਹਾ ਡਿਗਨਿਟੀ ਆਫ ਐਜੂਕੇਸ਼ਨ ਨਹੀਂ ਹੈਗੀ, ਜਿਸ ਜਗ੍ਹਾ ਦੇ ਉੱਤੇ ਪੜ੍ਹਾਈ ਦੀ ਕੋਈ ਇੱਜ਼ਤ ਨਹੀਂ ਹੈਗੀ, ਹੁਣ ਉੱਥੇ ਵਿਦਿਆਰਥੀ ਕੀ ਕਰਨਗੇ? ਉਹ ਫਿਰ ਬਾਹਰ ਹੀ ਜਾਣਗੇ ਨਾ ਕਿ ਜਿੱਥੇ ਪੜ੍ਹਾਈ ਦੀ ਇੱਜ਼ਤ ਹੈ, ਜੋ ਮੈਂ ਸਿੱਖਿਆ ਹੈ, ਜੇ ਉਹਦੀ ਕਦਰ ਹੈ, ਜੋ ਮੇਰੀ ਸਿੱਖਿਆ ਦੀ ਕਦਰ ਹੈ, ਜੋ ਮੇਰੇ ਟੈਲੈਂਟ ਦੀ ਕਦਰ ਹੈ, ਤਾਂ ਹੀ ਮੈਂ ਉੱਥੇ ਆਉਣਾ ਹੈ ਨਾ, ਨਹੀਂ ਤਾਂ ਮੈਂ ਉੱਥੇ ਕਿਉਂ ਆਉਣਾ ਹੈ? ਤਾਂ ਇਸ ਕਰਕੇ ਬੱਚਿਆਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਬਾਹਰ ਜਦੋਂ ਜਾਵਾਂਗੇ ਤਾਂ ਉੱਥੇ ਸਾਡਾ ਭਵਿੱਖ ਸੁਰੱਖਿਅਤ ਹੈ, ਸਾਡਾ ਵਰਤਮਾਨ ਸੁਰੱਖਿਅਤ ਹੈ, ਕਿਉਂਕਿ ਅਸੀਂ ਆਪਣੇ ਪਾਸਟ ਵਿੱਚ, ਭੂਤਕਾਲ ਦੇ ਵਿੱਚ ਜਿਹੜੀ ਸਟੱਡੀ ਕੀਤੀ ਹੈ ਉਸ ਦੀ ਕਦਰ ਜਾ ਕੇ ਹੋਣੀ ਹੈ ਤੇ ਸਾਡਾ ਭਵਿੱਖ ਬਣਨਾ ਹੈ। ਸੋ ਇਹ ਤਿੰਨੋਂ ਚੀਜ਼ਾਂ ਜੁੜੀਆਂ ਹੋਈਆਂ ਨੇ ਇਨਸਾਨ ਦੀ ਜ਼ਿੰਦਗੀ ਦੇ ਨਾਲ, ਵਿਦਿਆਰਥੀਆਂ ਦੇ ਜੀਵਨ ਦੇ ਨਾਲ। ਕਿਉਂ ਪੜ੍ਹਦਾ ਕੋਈ? ਇਸ ਕਰਕੇ ਕਿ ਵਧੀਆ ਜੀਵਨ ਹੋ ਸਕੇ, ਆਪਣੇ ਹੁਨਰ ਦਾ ਸਹੀ ਇਸਤੇਮਾਲ ਕਰ ਸਕੇ। ਔਰ ਪਤਾ ਨਹੀਂ ਉਹਦੇ ਅੰਦਰ ਕਿੰਨੇ ਕੁ ਸੁਪਨੇ ਹੁੰਦੇ ਨੇ, ਮਾਂ-ਬਾਪ ਉਹਨੂੰ ਪਤਾ ਨਹੀਂ ਕਿਵੇਂ ਪੜ੍ਹਾਉਂਦੇ ਨੇ। ਕਈ ਵਾਰ ਉਹ ਆਪ ਨੌਕਰੀ ਕਰਦਾ ਰਾਤ ਨੂੰ ਤੇ ਸਵੇਰੇ ਜਾ ਕੇ ਪੜ੍ਹਦਾ ਕਾਲਜ ਦੇ ਵਿੱਚ, ਪਤਾ ਨਹੀਂ ਕਿਹੜੀਆਂ ਕਠਿਨਾਈਆਂ ਤੋਂ ਲੋਕੀ ਸਾਹਮਣੇ ਆਉਂਦੇ ਨੇ ਤੇ ਵਧੀਆ ਭਵਿੱਖ ਦੀ ਆਸ ਨਾਲ ਉਹ ਕੰਮ ਕਰਦੇ ਨੇ, ਪਰ ਜਦੋਂ ਉਹ ਸਭ ਨਹੀਂ ਮਿਲਦਾ ਤੇ ਫਿਰ ਕੀ ਕਰਨ? ਤੇ ਹੁਣ ਗੱਲ ਕਰਦੇ ਆ ਅਮਰੀਕਾ ਦੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਹੋਣਾ ਦੇ ਸਟਮਕ 'ਚ ਇੱਕ ਗੰਢ ਮਿਲੀ ਹੈ ਔਰ ਡਾਕਟਰਸ ਨੇ ਕਿਹਾ ਕਿ ਇਹ ਗੰਢ ਪਹਿਲਾਂ ਵੀ ਕੱਢੀ ਗਈ ਸੀ ਪਰ ਦੁਬਾਰਾ ਇਹ ਗੰਢ ਬਣੀ ਤੇ ਜਦੋਂ ਇਸ ਨੂੰ ਦੁਬਾਰਾ ਕੱਢਿਆ ਗਿਆ, ਜੇ ਨਾ ਕੱਢੀ ਜਾਂਦੀ ਤਾਂ ਇਹ ਕੈਂਸਰ ਬਣ ਸਕਦੀ ਸੀ। ਕੁਝ ਵੀ ਹੈ ਕਿ ਸ਼ਰੀਰਾਂ ਦਾ ਕੁਝ ਪਤਾ ਨਹੀਂ ਲੱਗਦਾ। 79 ਇਅਰਸ ਉਹਨਾਂ ਦੀ ਉਮਰ ਹੋ ਗਈ ਹੈ ਔਰ ਅਮਰੀਕਾ ਦੇ ਹਿਸਟਰੀ ਦੇ ਵਿੱਚ ਉਹ ਸਭ ਤੋਂ ਵੱਧ ਉਮਰ ਦੇ ਰਾਸ਼ਟਰਪਤੀ ਨੇ। ਸੋ ਡਾਕਟਰਸ ਨੇ ਹੁਣ ਕਹਿ ਦਿੱਤਾ ਕਿ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਸਥਿਰ ਹੈ, ਉਹ ਵਾਪਸ ਕੰਮ ਤੇ ਆ ਸਕਦੇ ਨੇ। ਮੈਂ ਉਹੀ ਕਹਿ ਰਿਹਾ, ਸਰੀਰਾਂ ਦਾ ਕੁਝ ਨਹੀਂ ਪਤਾ ਕਿ ਅੰਦਰ ਕੀ ਹੋ ਰਿਹਾ ਹੈ। ਔਰ ਇਸ ਗੱਲ ਦੀ ਗਾਰੰਟੀ ਹੈ ਕਿ ਸਾਡੇ ਵਿੱਚੋਂ ਵੀ ਕੋਈ ਜਾ ਕੇ ਜੇ ਡਾਕਟਰ ਕੋਲ ਆਪਣਾ ਚੈੱਕਅਪ ਕਰਾਵੇ ਤਾਂ ਸਾਡੇ ਵਿੱਚੋਂ ਵੀ ਸ਼ਾਇਦ 1% ਲੋਕ ਹੀ ਹੋਣਗੇ ਜਿਹੜੇ ਪਰਫੈਕਟਲੀ ਫਿਟ ਨਿਕਲਣਗੇ। 99% ਨੂੰ ਕੋਈ ਨਾ ਕੋਈ ਨੁਕਸ ਅੰਦਰ ਹੈਗਾ ਤੇ ਜਦੋਂ ਤੱਕ ਇਹ ਸਾਹਮਣੇ ਨਹੀਂ ਨਾ ਆਉਂਦਾ ਹੁੰਦਾ ਉਦੋਂ ਤੱਕ ਹੀ ਸਭ ਤੰਦਰੁਸਤ ਲੱਗਦੇ ਨੇ। ਜਦੋਂ ਕੋਈ ਵੀ ਚੈੱਕਅਪ ਤੋਂ ਬਾਅਦ ਕੋਈ ਵੀ ਗੱਲ ਬਾਹਰ ਆਉਂਦੀ ਹੈ ਤਾਂ ਪਤਾ ਲੱਗਦਾ ਯਾਰ ਅੰਦਰ ਤੇ ਆਹ ਕੁਝ ਹੋ ਰਿਹਾ, ਇਹਦੇ ਸਰੀਰ ਦੇ ਅੰਦਰ ਤੇ ਆਹ ਕੁਝ ਬਣਦਾ ਪਿਆ। ਸੋ ਇਸ ਕਰਕੇ ਰੱਬ ਦੇ ਅੱਗੇ ਅਰਦਾਸ ਹੀ ਹੈ ਕਿ ਸਾਰੇ ਜਾਣੇ ਤੰਦਰੁਸਤ ਰਹਿਣ, ਕਾਬਲੀਅਤ ਦੇ ਮੁਤਾਬਿਕ ਕੰਮ ਕਰਨ ਤੇ ਕਾਬਿਲ ਲੋਕ ਵੀ ਹਮੇਸ਼ਾ ਤੰਦਰੁਸਤ ਰਹਿਣ। ਤੰਦਰੁਸਤ ਤੇ ਸਗੋਂ ਸਾਰੇ ਹੀ ਰਹਿਣੇ ਚਾਹੀਦੇ ਨੇ ਔਰ ਸਾਰੇ ਜਾਣੇ ਆਪਣੀ ਵਧੀਆ ਜ਼ਿੰਦਗੀ ਜੀਉਣ। ਤੇ ਇੱਕ ਚੀਜ਼ ਇਹ ਵੀ ਹੈ ਕਿ ਸਾਰਿਆਂ ਵਾਸਤੇ ਜਿਹੜੀਆਂ ਨਾ ਇਹ ਦਵਾਈਆਂ ਸਸਤੀਆਂ ਹੋਣ, ਹਸਪਤਾਲ ਸਸਤੇ ਹੋਣ, ਡਾਕਟਰ ਸਸਤੇ ਹੋਣ। ਇੱਥੇ ਪ੍ਰੈਜ਼ੀਡੈਂਟ ਸਾਹਿਬ ਨੇ ਇਹਨਾਂ ਦਾ ਤਾਂ ਇਲਾਜ ਹੋ ਸਕਦਾ, ਵਧੀਆ ਤੋਂ ਵਧੀਆ ਇਲਾਜ ਹੋ ਸਕਦਾ, ਪਰ ਜਿਹੜਾ ਆਮ ਬੰਦਾ ਹੈ, ਆਮ ਲੋਕ ਨੇ, ਉਹਨਾਂ ਵਾਸਤੇ ਜਦੋਂ ਅਸੀਂ ਦੇਖਦੇ ਹਾਂ ਕਿ ਸਭ ਕੁਝ ਸਿਹਤ ਸੇਵਾਵਾਂ ਬਹੁਤ ਮਹਿੰਗੀਆਂ ਹੋ ਗਈਆਂ ਨੇ ਔਰ ਉਹਨਾਂ ਦਾ ਬਜਟ ਘੱਟ ਕਰ ਦਿੱਤਾ ਗਿਆ ਹੈ ਤਾਂ ਉਦੋਂ ਬਹੁਤ ਦੁੱਖ ਹੁੰਦਾ ਹੈ। ਬਿਲਕੁਲ। ਤੇ ਸਾਰਿਆਂ ਦੇ ਲਈ ਇਲਾਜ ਸਸਤਾ ਹੋਣਾ ਚਾਹੀਦਾ ਹੈ, ਹਰ ਇੱਕ ਦੀ ਪਹੁੰਚ ਵਿੱਚ ਦਵਾਈ ਹੋਣੀ ਚਾਹੀਦੀ ਹੈ, ਇਹੀ ਸਾਡੀ ਉਮੀਦ ਹੈ। ਪਰ ਅੱਜ ਦੇ ਲਈ ਪ੍ਰੋਗਰਾਮ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ ਬਸ ਇੰਨਾ ਹੀ। ਮੈਨੂੰ ਬਾਰਨ ਕੌਰ ਮਾਨ ਨੂੰ ਤੇ ਮੈਨੂੰ ਸੰਜੀਵ ਯਸ਼ ਖੰਨਾ ਨੂੰ ਦੇ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।